स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ ਤੇ ਮੈਂ ਹਰਪ੍ਰੀਤ ਸਿੰਘ ਵਿਚਾਰ ਤਕਰਾਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਸਾਰੀਆਂ ਤਕਰੀਬਨ ਚੋਣਾਂ ਲੰਘ ਗਈਆਂ ਨੇ, ਮਿਊਨਿਸਪਲ ਕਾਰਪੋਰੇਸ਼ਨ ਦੀਆਂ ਨਿਗਮ ਦੀਆਂ ਚੋਣਾਂ ਆ ਗਈਆਂ ਨੇ ਔਰ ਹੁਣ ਸਰਕਾਰ ਇਹ ਕਹਿ ਰਹੀ ਹੈ ਕਿ ਇਹਨਾਂ ਚੋਣਾਂ ਤੋਂ ਬਾਅਦ ਕਿਸਾਨਾਂ ਦਾ ਕਰਜ਼ਾ ਜਾਂ ਹੋਰ ਜਿਹੜੀਆਂ ਵੀ ਗੱਲਾਂ ਨੇ ਉਹ ਪੂਰੀਆਂ ਕੀਤੀਆਂ ਜਾਣਗੀਆਂ। ਪਰ ਕਿਸਾਨ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਨੇ ਕਿ ਹਾਲੇ ਤੱਕ ਪ੍ਰੈਕਟੀਕਲ ਰੂਪ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਕਰਜ਼ਾ ਮਾਫ ਨਹੀਂ ਹੋਇਆ। ਇਸ ਤੋਂ ਵੀ ਵੱਧ ਅੱਜ ਇੱਕ ਖਬਰ ਲੱਗੀ ਹੈ ਕਿ ਜ਼ਮੀਨ ਦੀ ਨਿਸ਼ਾਨਦੇਹੀ ਕਰਾਣੀ ਹੈ ਤਾਂ ਤੁਹਾਨੂੰ ਫੀਸ ਭਰਨੀ ਪਏਗੀ ਔਰ ਇਹ ਫੀਸ 500 रुपए तो लैके 5000 रुपए तक है। ये वार वार गल्लां उठ के आ रही हैं कि किस तरीके दे नाल सरकार है जिहड़ी छोटी छोटी चीज़ों दे विचों पैसे इकट्ठे करके किसानां दी जेब दे विचों ही कढ के किसानां नूं वापस करन जा रही है। इस तो पहलां जिहड़ी गल हुई सी उस दे विच मंडी फीस और पेंडू विकास सैस लगाया गया सी, 1% ये भी लगाया गया सी और तकरीबन 9000 करोड़ रुपया मंडी बोर्ड नूं कहा गया कि इकट्ठा करो और किसानां दे पैसे किसानां नूं वापस कीते जाणगे। होर भी तमाम गल्लां ने जिहड़ियां वार वार निकल के सामने आ रही ने कि इनडायरैक्ट तरीके नाल जिहड़े टैक्सेस लगाए जा रहे हैं ਉਹ ਕਿਵੇਂ ਭਲਾ ਕਰਨਗੇ ਲੋਕਾਂ ਦਾ ਔਰ ਕੀ ਜਿਹੜੀ ਸਰਕਾਰ ਇਹ ਦਾਅਵਾ ਕਰਦੀ ਸੀ, ਜਿਹੜੀ ਪਾਰਟੀ ਇਹ ਦਾਅਵਾ ਕਰਦੀ ਸੀ ਕਿ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਕਿਸੇ ਵੀ ਤਰ੍ਹਾਂ ਦਾ ਕੋਈ ਟੈਕਸ ਨਹੀਂ ਲਗਾਇਆ ਜਾਏਗਾ, ਕਿ ਇਹ ਟੈਕਸ ਨਹੀਂ ਨੇ। ਇਸੇ ਤੇ ਵਿਚਾਰ ਚਰਚਾ ਲੈ ਕੇ ਹਾਜ਼ਰ ਹੋਏ ਹਾਂ। ਸਭ ਤੋਂ ਪਹਿਲਾਂ ਜਾਣ ਪਛਾਣ ਕਰਾ ਦਈਏ ਮਹਿਮਾਨਾਂ ਦੇ ਨਾਲ, ਆਪਾਂ ਫਿਰ ਅੱਗੇ ਵਧਦੇ ਹਾਂ। एडवोकेट बूटा सिंह बैरागी साहब मौजूद ने, बुलार ने आम आदमी पार्टी के, सुखदेव सिंह जी साडे नाल मौजूद ने, बुलार ने पंजाब कांग्रेस के, प्रोफैसर मनजीत सिंह जी सियासी माहर ने, श्रोमणी अकाली दल के बुलारे भी थोड़ी देर तक साडे नाल जुड़नगे। मैं शुरुआत सुखदेव जी तुहाडे तो करांगा। एक स्टेटमेंट है खेतीबाड़ी ते वित्त विभाग अनुसार 2 लाख तो वध फसली करजे वालिਆਂ ਨੂੰ कोई लाभ नहीं होगा। सब तो पहले तो मैनूं ये दसो कि ये दायरा जिन्हां दा करजा माफ कर रहे दिन ब दिन घटदा क्यों जा रहा है? बहुत सारियां शर्तां अजिहियां ला दित्तियां गईयां ने जिस तो बाद ਜਿਹੜਾ ਤੁਹਾਡਾ ਦਾਅਵਾ ਹੈ ਕਿ ਲੱਖਾਂ ਕਿਸਾਨਾਂ ਨੂੰ ਫਾਇਦਾ ਹੋਵੇਗਾ ਉਹ ਦਾਇਰਾ ਹੋਰ ਸੁੰਗੜਦਾ ਨਜ਼ਰ ਆ ਰਿਹਾ। ਨਹੀਂ ਦੇਖੋ ਇਹ ਗੱਲ ਨਹੀਂ ਹੈ ਜੀ, ਜਿਹੜੀ ਜੋ ਨੋਟੀਫਿਕੇਸ਼ਨ ਹੋਈ ਸੀ ਹੁਣ ਵੀ ਉਹੀ ਹੈ। ਉਹਦੇ ਵਿੱਚ ਕੋਈ ਨਵੀਂ ਚੀਜ਼ ਦਰਜ ਨਹੀਂ ਕੀਤੀ ਗਈ। ਪਹਿਲਾਂ ਵੀ ਬੜੀ ਕਲੈਰਿਟੀ ਨਾਲ ਕਿਹਾ ਗਿਆ ਸੀਗਾ ਵੀ 2.5 ਏਕੜ ਤੱਕ ਦੀ ਜਿਹਦੀ ਜ਼ਮੀਨ ਹੈ ਉਹਦਾ 2 ਲੱਖ ਤੱਕ ਦਾ ਕਰਜ਼ਾ ਜਿਹੜਾ ਮਾਫ ਕੀਤਾ ਜਾਊਗਾ। ਜਿਹਦੀ 2.5 ਤੋਂ 5 ਏਕੜ ਤੱਕ ਦੀ ਜ਼ਮੀਨ ਹੈ ਜੇ ਉਹਦੇ ਤੇ 2 ਲੱਖ ਦਾ ਕਰਜ਼ਾ ਤਾਂ ਉਹ ਮਾਫ ਕਰ ਦਿੱਤਾ ਜਾਊਗਾ। ਕਿਉਂਕਿ ਆਪਾਂ ਨੂੰ ਵੀ ਪਤਾ ਹੈ ਵੀ ਜਿਹੜੀ ਸਾਡੀ ਲਿਮਟ ਹੈ 1 ਏਕੜ ਦੀ 40000 ਰੁਪਇਆ ਹੁੰਦੀ ਹੈ, ਉਹਦੇ ਮੁਤਾਬਕ 2 ਲੱਖ ਰੁਪਇਆ ਬਣਦਾ ਹੈ। 2 ਲੱਖ ਰੁਪਇਆ ਉਹ ਮਾਫ ਕਰ ਦੇਣਾ। ਪਰ ਬੈਂਕਾਂ ਨੇ ਬਹੁਤ ਸਾਰੇ ਕਿਸਾਨਾਂ ਨੇ ਜਿਹੜਾ ਕਰਜ਼ਾ ਲਿਆ ਹੋਇਆ ਉਹ 40000 ਤੋਂ ਵੱਧ ਵੀ ਬੈਂਕਾਂ ਨੇ ਦਿੱਤਾ। ਫਿਰ ਇਹਦੇ ਵਿੱਚ ਉਹਨਾਂ ਦਾ ਕੀ ਕਸੂਰ ਕਿਸਾਨਾਂ ਦਾ? ਨਹੀਂ ਦੇਖੋ ਕਿਸਾਨਾਂ ਦਾ ਕੋਈ ਕਸੂਰ ਨਹੀਂ, ਪਰ ਇਹ ਵੀ ਗੱਲ ਸਾਨੂੰ ਸੋਚਣੀ ਪਊਗੀ ਇਹ ਜਿਹੜੀ ਬੈਂਕਿੰਗ ਸਿਸਟਮ ਹੈ ਇਹਦਾ ਮਤਲਬ ਉਹਦੇ ਵਿੱਚ ਕਿਤੇ ਨਾ ਕਿਤੇ ਫਲਾ ਹੈ। ਕਿਉਂਕਿ ਜਦੋਂ ਇਹਦਾ ਮਤਲਬ ਉਹਨਾਂ ਦੇ ਬੈਂਕਾਂ ਵਾਲਿਆਂ ਦੇ ਮਨ 'ਚ ਵੀ ਚੋਰ ਹੈ, ਕਿਉਂਕਿ ਪਿੱਛੇ ਜਦੋਂ ਉਹਨਾਂ ਨੂੰ ਡਾਟਾ ਸ਼ੇਅਰ ਕਰਨ ਲਈ ਕਿਹਾ ਗਿਆ ਸੀ ਉਦੋਂ ਵੀ ਉਹ ਇਸ ਗੱਲ ਤੇ ਆਨਾਕਾਨੀ ਕਰਦੇ ਸੀ ਵੀ ਅਸੀਂ ਡਾਟਾ ਜਿਹੜਾ ਕਿਸਾਨਾਂ ਵਾਲਾ ਸ਼ੇਅਰ ਨਹੀਂ ਕਰਨਾ। ਇਸ ਕਰਕੇ ਇਹ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਬਿਲਕੁਲ ਬੈਂਕਾਂ ਵਾਲਿਆਂ ਦਾ ਕਸੂਰ ਹੈ, ਕਿਸਾਨ ਦਾ ਕੋਈ ਕਸੂਰ ਨਹੀਂ। ਪਰ ਜੋ ਸਰਕਾਰ ਜੋ ਕਰ ਸਕਦੀ ਹੈ, ਕਿਉਂਕਿ ਕਿਸੇ ਜਿਹੜੇ ਨੋਰਮ ਸਰਕਾਰ ਨੇ ਬਣਾਇਆ, ਸਰਕਾਰ ਨੇ ਉਸ ਨੋਰਮ ਦੇ ਮੁਤਾਬਕ ਜਿਹੜਾ ਕਰਜ਼ਾ ਮਾਫ ਕਰਨਾ ਔਰ ਉਹ ਮਾਫ ਕਰ ਦਿੱਤਾ ਹੈ। ਔਰ ਉਹਦੇ ਵਿੱਚ ਬਕਾਇਦਾ ਜਿਵੇਂ ਤੁਹਾਨੂੰ ਦੱਸਿਆ ਨੋਟੀਫਿਕੇਸ਼ਨ ਹੋ ਗਈ ਹੈ ਔਰ ਆਹ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਦੇ ਜਿੱਦੇ ਆਪਣਾ ਉਹ ਲਿਸਟਾਂ ਬਕਾਇਦਾ ਬੈਂਕਾਂ ਦੇ ਵਿੱਚ ਚਲੀਆਂ ਗਈਆਂ ਨੇ ਜਿਹੜੇ ਸਾਡੇ ਕੋਆਪਰੇਟਿਵ ਬੈਂਕ ਨੇ ਥੱਲੇ, ਔਰ ਉਹਨਾਂ ਦੇ ਕਿਉਂਕਿ ਪਹਿਲੇ ਫੇਜ਼ 'ਚ ਉਹ ਹੋਣਾ ਔਰ ਉਹਨਾਂ ਦਾ ਬਕਾਇਦਾ ਤੌਰ ਦੇ ਉੱਤੇ ਉਹ ਲਿਸਟਾਂ ਦੇ ਮੁਤਾਬਕ ਜਿਹੜਾ ਕਰਜ਼ਾ ਮਾਫ ਕਰਕੇ ਜਿਹੜਾ ਜਿੱਦੇ ਇਹ ਕੋਡ ਆਫ ਕੰਡਕਟ ਖਤਮ ਹੋਣਾ ਇਹਨੂੰ ਇੰਪਲੀਮੈਂਟ ਹੋ ਜਾਣਾ ਤੇ ਇਹਦੇ ਵਿੱਚ ਕੋਈ ਗੱਲ ਸੁਖਦੇਵ ਜੀ ਇਹ ਹੈ ਜਿਹੜੀ ਕਿਸਾਨ ਜਥੇਬੰਦੀਆਂ ਨਾਲ ਸਾਡੀ ਗੱਲ ਹੋਈ ਹੈ, ਅੱਜ ਕਿਸਾਨ ਕੋਈ ਆ ਨਹੀਂ ਸਕਿਆ, ਉਹਨਾਂ ਤੋਂ ਅਸੀਂ ਪੁੱਛਿਆ ਤਾਂ ਉਹਨਾਂ ਦੇ ਮੁਤਾਬਕ ਇਹ ਜਿਹੜੀਆਂ ਤੁਸੀਂ ਹੁਣ ਸ਼ਰਤਾਂ ਰੱਖੀਆਂ ਨੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ 2 ਲੱਖ 5 ਏਕੜ ਵਾਲੀ ਜਗ੍ਹਾ 2.5 ਏਕੜ ਤੋਂ 5 ਏਕੜ ਵਾਲੇ ਦੇ ਜੇਕਰ 2 ਲੱਖ ਤੋਂ ਵੱਧ ਹੁੰਦਾ ਤਾਂ ਉਹ ਨਹੀਂ ਮਾਫ ਹੋਏਗਾ, ਇਹ ਗੱਲਾਂ ਜਿਹੜੀਆਂ ਉਹ ਪਹਿਲਾਂ ਨਹੀਂ ਕੀਤੀਆਂ ਗਈਆਂ ਸੀ ਉਹ ਹੁਣ ਕੀਤੀਆਂ ਗਈਆਂ ਨੇ। ਨਹੀਂ ਦੇਖੋ ਇਹ ਜਿਹੜੀ ਗੱਲ ਹੈ ਇਹ ਬਾਰ-ਬਾਰ ਇਹੀ ਆਪਾਂ ਕਹਿੰਦੇ ਆ ਪਹਿਲਾਂ ਨਹੀਂ ਸੀ ਕੀਤੀਆਂ ਗਈਆਂ। ਦੇਖੋ ਕਰਜ਼ਾ ਮਾਫ ਦੀ ਗੱਲ ਕੀਤੀ ਗਈ ਸੀ, ਕਰਜ਼ਾ ਮਾਫ ਕਰ ਰਹੇ ਹਾਂ ਔਰ ਪਹਿਲ ਦੇ ਆਧਾਰ ਤੇ ਕਰਜ਼ਾ ਮਾਫ ਕਰ ਰਹੇ ਹਾਂ ਹਰ ਤਰ੍ਹਾਂ ਦਾ ਕਰਜ਼ਾ। ਉਦੋਂ ਇਹ ਗੱਲ ਸਪੈਸ਼ਲ ਕਹੀ ਗਈ ਸੀ ਹਰ ਤਰ੍ਹਾਂ ਦਾ ਕਰਜ਼ਾ ਬੈਂਕਾਂ ਦਾ, ਸਹਿਕਾਰੀ ਬੈਂਕਾਂ ਦਾ, ਇੱਥੋਂ ਤੱਕ ਕਿ ਆੜਤੀਆਂ ਦਾ ਕਰਜ਼ਾ ਮਾਫ ਕਰਨ ਦੀ ਵੀ ਗੱਲ ਕਹੀ ਗਈ ਸੀ। ਜਿਹੜੀ ਗੱਲ ਅੱਜ ਜਿਹੜੀ ਸਾਹਮਣੇ ਆਈ ਹੈ ਜਿੰਨੇ ਸਰਕਾਰ ਦੇ ਰਿਸੋਰਸਸ ਹੈ ਸਰਕਾਰ ਆਪਦੇ ਰਿਸੋਰਸਸ ਤੋਂ ਆਪ ਤੋਂ ਹੋ ਕੇ ਵੀ ਵੱਡੀ ਛਾਲ ਮਾਰ ਰਹੀ ਹੈ। ਦੇਖੋ ਜਦੋਂ ਸਰਕਾਰ ਦੇ ਰਿਸੋਰਸਸ ਵਧਾਉਣ ਦੀਆਂ ਗੱਲਾਂ ਚੱਲ ਰਹੀਆਂ ਨੇ ਸਰਕਾਰ ਦੇ ਰਿਸੋਰਸਸ ਵਧਣਗੇ, ਬਾਕੀ ਇਹਨਾਂ ਗੱਲਾਂ ਦੇ ਬਾਅਦ ਵਿਚਾਰ ਹੋਣਾ। ਸਰਕਾਰ 5 ਸਾਲ ਵਾਸਤੇ ਬਣੀ ਹੈ, ਕੋਈ 2 ਸਾਲ ਵਾਸਤੇ ਜਾਂ ਸਾਲ ਜਾਂ 6 ਮਹੀਨੇ ਵਾਸਤੇ ਨਹੀਂ ਬਣੀ। ਔਰ ਅੱਜ ਤੁਹਾਨੂੰ ਇੱਕ ਗੱਲ ਬੜੀ ਕਲੈਰਿਟੀ ਨਾਲ ਦੱਸਦੇ ਆ ਵੀ ਇਹ ਸਭ ਤੋਂ ਪਹਿਲ ਦੇ ਆਧਾਰ ਦੇ ਉੱਤੇ ਕਿਸਾਨੀ ਵਾਸਤੇ ਸਾਡੇ ਮੁੱਖ ਮੰਤਰੀ ਸਾਹਿਬ ਬੜੇ ਚਿੰਤਤ ਨੇ ਔਰ ਉਹਨਾਂ ਨੇ ਸਭ ਤੋਂ ਪਹਿਲੇ ਜਿਹੜੇ ਮਸਲੇ ਦੇ ਉੱਤੇ ਉਹਦੇ ਤੇ ਉਹ ਵਰਕਆਊਟ ਕਰ ਰਹੇ ਨੇ ਔਰ ਉਹਦੇ ਵਾਸਤੇ ਜਿਹੜੇ ਹੈਗੇ ਆ ਉਹਨਾਂ ਨੇ ਬਕਾਇਦਾ ਤੌਰ ਦੇ ਉੱਤੇ ਹੁਣ ਤਾਂ ਸੀਐਮ ਸਾਹਿਬ ਨੇ ਖੁਦ ਡੇਟ ਦਿੱਤੀ ਸੀ 14 15 ਕੋਡ ਆਫ ਕੰਡਕਟ ਕਰਕੇ ਉਹ ਸਾਡੇ ਹਿਸਾਬ ਨਾਲ 20 ਚਲੀ ਜਾਣੀ ਹੈ ਔਰ 20 ਤਰੀਕ ਤੋਂ ਬਾਅਦ ਜਿਹੜਾ ਹੈਗਾ ਜਿਹੜੇ ਥੱਲੇ ਲਿਸਟਾਂ ਕੰਪਲੀਟ ਨੇ ਸਾਰਾ ਕੰਮ ਹੋ ਚੁੱਕਿਆ ਹੋ ਜਾਣਾ। ਬਰਾਗੀ ਸਾਹਿਬ ਜਿਹੜੇ ਆંકੜੇ ਇਕੱਠੇ ਹੋਏ ਨੇ ਉਹਨਾਂ ਆંકੜੇ ਦੇ ਮੁਤਾਬਕ 2 ਲੱਖ ਤੋਂ ਜਾਂ 2 ਲੱਖ ਤੱਕ ਦਾ ਕਰਜ਼ਾ ਲੈਣ ਵਾਲੇ ਜਿਹੜੇ ਕਿਸਾਨ ਨੇ ਉਹ ਬਹੁਤ ਘੱਟ ਨੇ, ਲਿਮਟਿਡ ਕਿਸਾਨ ਨੇ ਜਿਨ੍ਹਾਂ ਨੇ 2 ਲੱਖ ਦਾ ਫਸਲੀ ਕਰਜ਼ਾ ਲਿਆ ਹੋਇਆ ਜਾਂ ਉਸ ਤੋਂ ਘੱਟ ਲਿਆ ਹੋਇਆ, ਉਸ ਤੋਂ ਵੱਧ ਕਰਜ਼ਾ ਲੈਣ ਦਾ ਕਰਜ਼ਾ ਮਾਫ ਨਹੀਂ ਹੋਏਗਾ। ਮੈਂ ਉਹੀ ਗੱਲ ਫਿਰ ਦੁਬਾਰਾ ਦੁਹਰਾ ਰਿਹਾ ਕਿ ਇਹ ਜਿਹੜੀਆਂ ਸ਼ਰਤਾਂ ਸੀਗੀਆਂ ਇਹ ਪਹਿਲਾਂ ਨਹੀਂ ਸੀ ਸ਼ਰਤਾਂ।
ਬਿਲਕੁਲ ਹਰਪ੍ਰੀਤ ਜੀ, ਅੱਜ ਪੰਜਾਬ ਦਾ ਕਿਸਾਨ ਆਪਦੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ, ਕਿਉਂਕਿ ਕਾਂਗਰਸ ਪਾਰਟੀ ਨੇ ਸੱਤਾ ਹਥਿਆਉਣ ਲਈ ਲੋਕਾਂ ਦੇ ਨਾਲ ਝੂਠੇ ਵਾਅਦੇ ਕੀਤੇ ਸੀ ਵੀ ਤੁਹਾਡਾ ਹਰ ਤਰ੍ਹਾਂ ਦਾ ਕਰਜ਼ਾ, ਚਾਹੇ ਉਹ ਕੋਆਪਰੇਟਿਵ ਸੁਸਾਇਟੀਜ਼ ਦਾ ਹੋਵੇ, ਪ੍ਰਾਈਵੇਟ ਬੈਂਕਾਂ ਦਾ ਹੋਵੇ, ਸ਼ਾਹੂਕਾਰਾਂ ਦਾ ਹੋਵੇ। ਮਹਾਰਾਜਾ ਸਾਹਿਬ ਦੀ ਵੀਡੀਓ ਅੱਜ ਵੀ ਆਪਣੇ ਸਾਰਿਆਂ ਦੇ ਮੋਬਾਈਲਾਂ ਦੇ ਵਿੱਚ ਆ ਵਾਇਰਲ ਹੋਈ ਸੀ, ਜਦੋਂ ਉਹਨਾਂ ਨੇ ਵੋਟਰਾਂ ਨੂੰ ਸੰਬੋਧਨ ਕਰਦੇ ਹੋਏ ਇਹ ਵਿਚਾਰ ਆਪਦੇ ਰੱਖੇ ਸੀਗੇ ਵੀ ਸਾਡੀ ਗਵਰਨਮੈਂਟ ਬਣਨ ਦੇ ਤੁਰੰਤ ਬਾਅਦ ਇਹ ਕਰਜ਼ਾ ਮਾਫ ਹੋ ਜਾਊਗਾ। ਅੱਜ ਤਕਰੀਬਨ 9 ਮਹੀਨੇ ਹੋ ਗਿਆ ਸਰਕਾਰ ਬਣੀ ਨੂੰ, ਪਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਰਿਲੀਫ ਪੰਜਾਬ ਦੇ ਕਿਸਾਨਾਂ ਨੂੰ ਨਹੀਂ ਮਿਲੀ। ਸਗਾਂ ਦੀ ਅੱਜ ਜਿਹੜੀ ਇਹਨਾਂ ਨੇ ਚੁਤਰਾਈ ਦੇ ਨਾਲ ਆਹ ਟੈਕਸ ਲਾਤਾ ਵਾ ਨਿਸ਼ਾਨਦੇਹੀ ਤੇ, ਇਹ ਵੀ ਤੁਸੀਂ ਪਹਿਲਾਂ ਫਾਰਮਰ ਦੀ ਇਨਕਮ ਵਧਾਉਣ ਬਾਰੇ ਤਾਂ ਸੋਚ ਲਓ, ਉਸ ਪਾਸੇ ਨੂੰ ਕੋਈ ਵੀ ਇਨੀਸ਼ੀਏਟਿਵ ਨਹੀਂ ਲਿਆ ਜਾ ਰਿਹਾ। ਕਰਜ਼ੇ ਦਾ ਹਜੇ ਮੈਂ ਮਾਫ ਕਰਨਾ, ਕਾਂਗਰਸ ਦੇ ਬੁਲਾਰਿਆਂ ਨੂੰ ਵੀ ਨਹੀਂ ਪਤਾ ਵੀ ਨੋਟੀਫਿਕੇਸ਼ਨ ਉਹ ਕਿੱਥੇ ਪਿਆ ਤੇ ਕਦੋਂ ਲਾਗੂ ਹੋਣਾ। ਪਹਿਲਾਂ ਗੁਰਦਾਸਪੁਰ ਦੀ ਚੋਣ ਨੂੰ ਲੈ ਕੇ ਇਹ ਜੁਮਲੇ ਛੱਡੇ ਗਏ, ਹੁਣ ਆਹ ਚੋਣਾਂ ਨੂੰ ਲੈ ਕੇ ਜੁਮਲੇ ਛੱਡੇ ਜਾ ਰਹੇ ਆ। ਕਾਂਗਰਸ ਪਾਰਟੀ ਲੋਕਾਂ ਨਾਲ ਧਰੋਕ ਮਾਰ ਰਹੀ ਆ, ਪੰਜਾਬ ਦੀਆਂ ਲਾਸ਼ਾਂ ਨਾਲ ਖੇਡ ਰਹੀ ਆ। ਸਰਕਾਰ ਬਣਨ ਤੋਂ ਬਾਅਦ 300 ਦੇ ਕਰੀਬ ਪੰਜਾਬ ਦੇ ਕਿਸਾਨ ਆਤਮ ਹੱਤਿਆ ਕਰ ਚੁੱਕੇ ਆ, ਪਰ ਕਾਂਗਰਸ ਸਿਰਫ ਤੇ ਸਿਰਫ ਇੱਕ ਇਹ ਬਿਆਨਬਾਜ਼ੀ ਝੂਠੀ ਕਰਕੇ ਇਹ ਆਪਦੀਆਂ ਸਿਆਸੀ ਰੋਟੀਆਂ ਸੇਕ ਰਹੀ ਆ। ਹਾਂਜੀ ਸੁਖਦੇਵ ਜੀ, ਦੇਖੋ ਗਰਾਊਂਡ ਤੇ ਕੁਝ ਨਜ਼ਰ ਨਹੀਂ ਆ ਰਿਹਾ, ਪ੍ਰੈਕਟੀਕਲ ਕਿਸਾਨਾਂ ਦੇ ਪੱਲੇ ਤਾਂ ਕੁਝ ਪਵੇ ਨਾ। ਇਹਨਾਂ ਦੀ ਕੁਝ ਗੱਲਾਂ ਦਾ ਜਵਾਬ ਦੇ ਦਾਂ। ਜਿਹੜੀ ਇਹ ਗੱਲ ਕਰਦੇ ਆ ਨਾ ਵੀ ਕਿਸਾਨਾਂ ਨਾਲ ਧਰੋਕ ਮਾਰ ਰਹੀ ਆ, ਅਸੀਂ ਤਾਂ ਕਿਸਾਨਾਂ ਵਾਸਤੇ ਚਿੰਤਿਤ ਔਰ ਕਿਸਾਨਾਂ ਵਾਸਤੇ ਕਰ ਰਹੇ ਹਾਂ, ਪਰ ਬਿਰਾਗੀ ਸਾਹਿਬ ਮੈਨੂੰ ਇੱਕ ਗੱਲ ਦੱਸ ਦੇਣ ਵੀ ਇਹਨਾਂ ਨੇ ਜਿਸ ਤੋਂ ਡੇ 1 ਜਿੱਦੇ ਤੋਂ ਇਹ ਇਲੈਕਸ਼ਨ ਹਾਰੇ, ਸ਼ੌਕ ਤੋਂ ਜਦੋਂ ਨਿਕਲੇ ਇਹਨਾਂ ਨੇ ਕਹਤਾ ਕਰਜ਼ਾ ਮਾਫ ਨਹੀਂ ਹੋਣਾ, ਕਰਜ਼ਾ ਮਾਫ ਨਹੀਂ ਹੋਣਾ, ਕਰਜ਼ਾ ਮਾਫ ਨਹੀਂ ਹੋਣਾ। ਇੱਕੋ ਹੀ ਵੀਡੀਓ ਪਾਈ ਵੀ ਆ, ਉਹੀ ਇਹ ਚਲਾਈ ਜਾਂਦੇ ਆ, ਉਸੇ ਨੂੰ ਇਹਨਾਂ ਨੇ ਜ਼ਿਆਦਾ ਵਾਇਰਲ ਕੀਤਾ ਹੋਇਆ। ਔਰ ਇਹਦੇ ਨਾਲ ਕੀ ਹੈ, ਔਰ ਇਹ ਜੇ ਅੱਜ ਗੱਲ ਕਰਦੇ ਆ ਕਿਸਾਨੀ ਆਤਮ ਹੱਤਿਆਵਾਂ ਹੋ ਰਹੀਆਂ, ਅਸੀਂ ਇਸ ਗੱਲ ਤੇ ਬਿਲਕੁਲ ਸਹਿਮਤ ਆ ਵੀ ਕਿਸਾਨਾਂ ਦੀ ਆਤਮ ਹੱਤਿਆ ਹੋ ਰਹੀ ਹੈ ਔਰ ਰੁਕਣੀ ਚਾਹੀਦੀ ਆ, ਪਰ ਉਹਦੇ ਵਾਸਤੇ ਉਪਰਾਲੇ ਸਾਨੂੰ ਸਭ ਨੂੰ ਕਰਨੇ ਪੈਣਗੇ। ਇਹਨਾਂ ਨੇ ਕੀ ਕੀਤਾ ਹੋਇਆ, ਉਹਨਾਂ ਨੂੰ ਡਿਮੋਰਲਾਈਜ਼ ਕਰਨ ਲੱਗੇ ਹੋਏ ਨੇ ਵੀ ਦੇਖੋ ਤੁਹਾਡਾ ਕਰਜ਼ਾ ਮਾਫ ਨਹੀਂ ਹੋਣਾ, ਤੁਹਾਡਾ ਕਰਜ਼ਾ ਮਾਫ ਨਹੀਂ ਹੋਣਾ, ਜਦ ਕਿ ਔਨ ਰਿਐਲਿਟੀ ਜਿਵੇਂ ਹੁਣੇ ਕਹਿ ਰਹੇ ਨੇ, ਇਹ ਤਾਂ 20 ਤਰੀਕ ਵੀ ਆ ਗਈ, ਇਹਨਾਂ ਦੇ ਸਾਹਮਣੇ ਆ ਜਾਊਗਾ ਜਦੋਂ ਮਾਫ ਹੋ ਗਏ। ਥੱਲੇ ਬੈਂਕਾਂ ਦੇ ਵਿੱਚ ਕਿਸਾਨ ਨੂੰ ਪਤਾ ਹੈ, ਜਦੋਂ ਜਿਨ੍ਹਾਂ ਦੀਆਂ ਲਿਸਟਾਂ ਬਣ ਰਹੀਆਂ ਜਾਂ ਜਿਨ੍ਹਾਂ ਦੇ ਬਣ ਕੇ ਜਿਨ੍ਹਾਂ ਨੂੰ ਪਤਾ ਲੱਗਿਆ, ਬੈਂਕ ਮੈਨੇਜਰਸ ਨੇ ਵੀ ਕਹਿਤਾ, ਬੈਂਕ ਸਟਾਫ ਨੇ ਵੀ ਕਹਿਤਾ ਭਾਈ ਤੁਹਾਡਾ ਹੋ ਜਾਣਾ। ਔਰ ਉਹ ਜਿਹੜੇ ਨੇ ਬੜੇ ਉਹਨਾਂ ਨੂੰ ਉਹ ਬੜੇ ਆਸਵੰਦ ਨੇ ਵੀ ਹੋ ਹੀ ਜਾਣਾ। ਮਤਲਬ ਤੁਹਾਡੇ ਕਹਿਣ ਮੁਤਾਬਕ ਜਿਹੜੇ ਸੁਸਾਈਡ ਹੋਰ ਨੇ ਉਹ ਵਿਰੋਧੀ ਪਾਰਟੀਆਂ ਜਦੋਂ ਕਿਸਾਨਾਂ ਤੋਂ ਡਿਮੋਰਲਾਈਜ਼ ਕਰਦੀਆਂ ਨੇ ਤਾਂ ਜ਼ਿਆਦਾ ਉਹ ਆਤਮ ਹੱਤਿਆ ਵੱਲ। ਮੈਂ ਇਹ ਤਾਂ ਨਹੀਂ ਕਹਿੰਦਾ ਵੀ ਉਹਨਾਂ ਕਰਕੇ ਹੁੰਦੇ ਆ, ਬਟ ਜਦੋਂ ਉਹਦਾ ਇੱਕ ਕਾਰਨ ਇਹ ਵੀ ਹੈ, ਬਣਤਾ ਤਾਂ ਇਹ ਸੀ ਵੀ ਅਸੀਂ ਸਾਰੇ, ਕਿਉਂਕਿ ਕਿਸਾਨ ਸਾਰੇ ਹੀ ਆ, ਅਸੀਂ ਵੀ ਸਾਰੇ ਕਿਸਾਨ ਆ, ਅਸੀਂ ਕਿਸੇ ਨੂੰ ਹੌਸਲਾ ਦਈਏ ਵੀ ਭਾਈ ਇਹਨਾਂ ਨੂੰ ਟਾਈਮ ਦੇ ਦਿਓ, 6 ਮਹੀਨੇ ਦੇ ਦਿਓ, ਸਰਕਾਰ ਨੂੰ ਸਾਲ ਦਾ ਦੇ ਦਿਓ, ਫਿਰ ਆਪਾਂ ਗਾਲਾਂ ਕੱਢ ਲਾਂਗੇ, ਫਿਰ ਆਪਾਂ ਆਪਣੇ ਭੜਾਸ ਕੱਢ ਲਾਂਗੇ। ਬਟ ਆਪਾਂ ਤਾਂ ਪਹਿਲੇ ਦਿਨ ਤੋਂ, ਮੈਂ ਤੁਹਾਨੂੰ ਕਿਹਾ ਜਦੋਂ ਸ਼ੌਕ ਤੋਂ ਨਿਕਲੇ ਡੇ 1 ਤੋਂ ਆਪਾਂ ਇਹੀ ਕੰਮ ਫੜ ਲਿਆ ਵੀ ਆਪਾਂ ਤਾਂ ਹੁਣ ਆਪਣੀ ਭੜਾਸ ਕੱਢਣੀ ਹੈ, ਜਿਵੇਂ ਮਰਜ਼ੀ ਨਿਕਲੇ, ਔਰ ਉਹਦੇ ਵਿੱਚ ਚਾਹੇ ਕਿਸਾਨ ਦਾ ਫਾਇਦਾ ਹੋਵੇ, ਕਿਸਾਨ ਦਾ ਨੁਕਸਾਨ ਹੋਵੇ, ਰਾਜਨੀਤੀ ਚੱਲਣੀ ਚਾਹੀਦੀ ਹੈ। ਰਾਜਨੀਤੀ ਚੱਲ ਰਹੀ ਹੈ, ਹੋਰ ਇਹਦੇ ਉੱਤੇ ਕੁਝ ਨਹੀਂ ਹੋ ਰਿਹਾ। ਚਲੋ ਮੈਂ ਵਾਪਸ ਆਉਣਾ ਇੱਕ ਮਿੰਟ ਤੁਹਾਡੇ ਕੋਲ। ਪ੍ਰੋਫੈਸਰ ਸਾਹਿਬ, ਜਿਹੜੀ ਗੱਲ ਆਪਾਂ ਸ਼ੁਰੂ ਤੋਂ ਹੀ ਕਰਦੇ ਆ ਰਹੇ ਹਾਂ ਕਿ ਕਿਸਾਨਾਂ ਨੂੰ ਘੱਟੋ ਘੱਟ ਜਦ ਤੱਕ ਹੱਥ ਦੇ ਵਿੱਚ ਕੁਝ ਨਹੀਂ ਮਿਲਦਾ ਉਹਦੇ ਲਈ ਕਿਸੇ ਤਰ੍ਹਾਂ ਦਾ ਕੋਈ ਕਰਜ਼ਾ ਮਾਫ ਨਹੀਂ ਹੋਇਆ, ਜਿੰਨੇ ਮਰਜ਼ੀ ਨੋਟੀਫਿਕੇਸ਼ਨ ਦੀ ਅਸੀਂ ਗੱਲਾਂ ਕਰਦੇ ਜਾਈਏ ਜਾਂ ਜਿੰਨੀਆਂ ਮਰਜ਼ੀ ਅਸੀਂ ਸ਼ਰਤਾਂ ਰੱਖੀਆਂ ਜਾਈਏ। 5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨ ਨੂੰ ਫਸਲੀ ਕਰਜ਼ੇ ਦਾ ਲਾਭ ਮਿਲੇਗਾ, ਨਹੀਂ ਮਿਲੇਗਾ। 2.5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨ ਦਾ 2 ਲੱਖ ਦਾ ਕਰਜ਼ਾ ਮਾਫ ਹੋਏਗਾ। ਔਰ ਬਹੁਤ ਸਾਰੇ ਕਿਸਾਨ ਅਜਿਹੇ ਨੇ ਜਿਨ੍ਹਾਂ ਦਾ 2 ਲੱਖ ਦਾ ਫਸਲੀ ਕਰਜ਼ਾ ਨਹੀਂ ਹੈ, ਉਸ ਤੋਂ ਵੱਧ ਦੀ ਰਕਮ ਹੈ, ਉਹਨਾਂ ਦਾ ਕੁਝ ਨਹੀਂ ਬਣਨਾ। ਹਰਪ੍ਰੀਤ ਜੀ, ਆਪਾਂ ਨੂੰ ਸਾਰਿਆਂ ਨੂੰ ਪਤਾ, ਆਪਾਂ ਪਹਿਲਾਂ ਵੀ ਬਹੁਤ ਵਾਰੀ ਇਹ ਗੱਲ ਕਰ ਚੁੱਕੇ ਹਾਂ, ਕਿਸਾਨਾਂ ਦੇ ਦੁੱਖੜਿਆਂ ਦੇ ਉੱਤੇ ਜਿੰਨੀ ਰਾਜਨੀਤੀ ਸਾਡੇ ਦੇਸ਼ ਵਿੱਚ ਹੋ ਰਹੀ ਆ, ਔਰ ਉਹ ਆਤਮ ਹੱਤਿਆ ਦੇ ਰਾਹਾਂ ਤੇ ਪਾਉਣ ਵਾਲੇ, ਇਹ ਭਾਵੇਂ ਉਹ ਸੈਂਟਰ ਦੀਆਂ ਸਰਕਾਰਾਂ, ਸੂਬਿਆਂ ਦੀਆਂ ਸਰਕਾਰਾਂ, ਉਹੀ ਜ਼ਿੰਮੇਵਾਰ ਹੈਗੀਆਂ। ਉਹ ਤੇ ਵਿਚਾਰੇ ਪਹਿਲਾਂ ਵੀ ਕੰਮ ਕਰਦੇ ਸੀ, ਜਿਵੇਂ ਮਿੱਟੀ ਨਾਲ ਮਿੱਟੀ ਘੁਲਦੇ ਸੀਗੇ, ਉਹ ਅੱਜ ਵੀ ਕੰਮ ਕਰਦੇ ਆ, ਹੋਰ ਵੀ ਕੰਮ ਕਰਨਾ ਚਾਹੁੰਦੇ ਆ, ਪਰ ਉਹਨਾਂ ਨੂੰ ਨਾ ਤੇ ਖੇਤਾਂ 'ਚ ਕੰਮ ਮਿਲ ਰਿਹਾ, ਨਾ ਕਿਤੇ ਬਾਹਰ ਕੰਮ ਮਿਲ ਰਿਹਾ, ਨਾ ਕੋਈ ਉਹਨਾਂ ਦਾ ਫਿਊਚਰ ਹੈਗਾ। ਔਰ ਉਸ ਉਹਨਾਂ ਦੇ ਦੁੱਖ ਦੇ ਸਫਰਿੰਗ ਜਿਹੜੀਆਂ ਉਹਨਾਂ ਦੇ ਉੱਤੇ ਹਰ ਕੋਈ ਉਹਨਾਂ ਨੂੰ ਕੁਛ ਨਾ ਕੁਛ ਦਿਖਾਲ ਕੇ ਕਿ ਅਸੀਂ ਤੁਹਾਡਾ ਆਹ ਕਰਾਂਗੇ, ਕੋਈ ਆਟਾ ਦਾਲ ਦਾ, ਕੋਈ ਕਿਸੇ ਕਿਸਮ ਦਾ ਕੋਈ ਕਾਰਡ ਬਣਾ ਕੇ, ਕੋਈ ਕੁਛ, ਮਤਲਬ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਇੱਕ ਜਿਹੜੀ ਇੱਜ਼ਤ ਦੀ ਜ਼ਿੰਦਗੀ ਆ ਕਿ ਉਹ ਆਪ ਕਮਾ ਕੇ ਆਪਣੇ ਪੈਰਾਂ ਸਿਰ ਤੇ ਇੱਜ਼ਤ ਦੀ ਜ਼ਿੰਦਗੀ ਸਿਰ ਉੱਚਾ ਚੱਕ ਕੇ ਜੀ ਸਕਣ, ਉਹ ਜ਼ਿੰਦਗੀ ਦੇਣ ਦੀ ਕੋਈ ਗੱਲ ਨਹੀਂ ਕਰਦੇ। ਸਵਾਮੀਨਾਥਨ ਕਮੇਟੀ ਦੇ ਰਿਪੋਰਟ ਦੇ 5-6 ਵੋਲੀਅਮ ਹੈਗੇ ਆ, ਤੁਸੀਂ ਆਪਾਂ ਚੰਗੇ ਭਲੇ ਜਾਣਦੇ ਆ ਕਿ ਉਹ ਕੱਲਾ ਉਹਨਾਂ ਦੀਆਂ ਕੀਮਤਾਂ ਵਧਾਉਣ ਤੱਕ ਨਹੀਂ ਹੈਗੀ। ਉਹਦੇ 'ਚ ਉਹਨੇ ਕਿਹਾ ਤੁਸੀਂ ਲੈਂਡ ਰਿਫਾਰਮ ਕਰੋ, ਉਹਨਾਂ ਨੇ ਕਿਹਾ ਕਿ ਐਗਰੀਕਲਚਰ ਨੂੰ ਸਟੇਟ ਦੀ ਲਿਸਟ 'ਚੋਂ ਕੱਢ ਕੇ ਇਹਨੂੰ ਕੰਕਰੈਂਟ ਲਿਸਟ ਵਿੱਚ ਪਾਓ ਤਾਂ ਕਿ ਸੈਂਟਰ ਦੀ ਜ਼ਿੰਮੇਵਾਰੀ ਬਣੇ।
ਉਹਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਸਿਰਫ 4% ਤੋਂ ਵੱਧ ਜਿਹੜਾ ਆ ਬੈਂਕਾਂ ਨੂੰ ਲੋਨ ਨਹੀਂ ਦੇਣਾ ਚਾਹੀਦਾ, ਇਹ ਤੋਂ ਮਹਿੰਗਾ ਜਿਹੜਾ ਲੋਨ ਆ, ਉਹ ਸਸਤੇ ਲੋਨ ਉਹਨਾਂ ਨੂੰ ਮਿਲਣ। ਹੋਰ ਕਈ ਗੱਲਾਂ ਉਹਨਾਂ ਨੇ ਉਹਦੇ ਵਿੱਚ ਰਿਕਮੈਂਡੇਸ਼ਨਾਂ ਕੀਤੀਆਂ। ਜੇ ਉਹ ਸਾਡੀ ਜਿਹੜੀ ਸੈਂਟਰ ਦੀ ਸਰਕਾਰ ਆ, ਉਹਨਾਂ ਨੇ ਉਦੋਂ ਵਾਅਦਾ ਕੀਤਾ ਸੀ ਜੇ ਉਹ ਸੂਬਿਆਂ ਦੀਆਂ ਸਰਕਾਰਾਂ ਨਾਲ ਮਿਲ ਕੇ ਉਹਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਦੇ, ਭਾਵੇਂ ਅੱਧੀ ਬਜੱਦੀ ਹੁੰਦੀ, ਸੰਜੀਦਾ ਢੰਗ ਨਾਲ ਸਾਰੇ ਕਰਦੇ, ਤੇ ਮੈਨੂੰ ਲੱਗਦਾ ਕਰਜ਼ਿਆਂ ਮਾਫੀਆਂ ਦਾ ਰੌਲਾ ਹੀ ਨਹੀਂ ਸੀ ਪੈਣਾ। ਤੁਸੀਂ ਪਹਿਲਾਂ ਕਿਸੇ ਦੀ ਜੇਬ 'ਚੋਂ ਪੈਸਾ ਕੱਢ ਲੈਂਦੇ ਆ, ਫਿਰ ਤੁਹਾਨੂੰ ਕਹਿੰਦੇ ਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਪੈਸਾ, ਕਿਸਾਨ ਥੋੜੀ ਕੋਈ ਮਿਹਨਤ ਨਹੀਂ ਕਰਦੇ ਹੈਗੇ, ਉਹ ਤੇ ਇੰਨੀਆਂ ਫਸਲਾਂ, ਮਤਲਬ ਦੇਸ਼ ਦਾ ਅੱਧਾ ਅਨਾਜ ਕੱਲਾ ਪੰਜਾਬ ਜਿਹੜਾ ਛੋਟਾ ਜਿਹਾ ਸੂਬਾ ਹੈਗਾ, ਦੇਸ਼ ਦੇ ਅੱਧੇ ਅਨਾਜ ਦੇ ਭੰਡਾਰ ਤੇ ਇਹ ਭਰ ਰਹੇ ਆ, ਤੇ ਫਿਰ ਜਿਹੜਾ ਇੰਨਾ ਅਨਾਜ ਪੈਦਾ ਕਰ ਰਹੇ ਉਹ ਭੁੱਖਾ ਮਰੇ, ਕੌਣ ਚੋਰ ਆ, ਕਿੱਥੇ ਚੋਰ ਆ? ਇਹ ਸਾਡੀ ਮਾਰਕੀਟ ਹੈਗੀ ਆ, ਗਲਤ ਢੰਗ ਦੀ ਸਾਡੇ ਇੰਤਜ਼ਾਮ ਹੈਗੇ ਆ। ਹੁਣ ਮੈਂ ਨਿੱਕੀ ਜਿਹੀ ਗੱਲ ਤੱਕ ਜਿਹਦੇ ਵੱਲ ਕਿਸੇ ਦਾ ਧਿਆਨ ਨਹੀਂ ਹੈਗਾ, ਸਗੋਂ ਕੁਝ ਅਖਬਾਰਾਂ ਨੇ ਉਹਨਾਂ ਬਾਰੇ ਲਿਖਿਆ, ਅਰਜਨਟਾਈਨਾ ਦੇ ਵਿੱਚ ਮੀਟਿੰਗ ਹੋ ਰਹੀ ਹੈ WTO ਦੀ, ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੀ, ਉਹ ਸਾਨੂੰ ਕਹਿ ਰਹੇ ਆ ਕਿ ਤੁਸੀਂ ਕਿਸਾਨਾਂ ਦੀ ਫਸਲ ਖਰੀਦਣੀ ਨਹੀਂ, ਜਿੰਨੀ ਸਾਨੂੰ ਲੋੜ ਆ 60 ਮਿਲੀਅਨ ਟਨ ਦੀ ਸਾਨੂੰ ਭੰਡਾਰ ਰੱਖਣ ਦੀ ਲੋੜ ਆ। ਉਹ ਕਹਿੰਦੇ ਜੀ 20 ਦੇ ਬੰਦ ਕਰ ਦਿਓ ਤਾਂ ਕਿ ਜਿਹੜੇ ਬਾਕੀ ਫਸਲ ਰੁਲ ਜਾਏ, ਔਰ ਆਉਣ ਵਾਲੇ ਸਮੇਂ 'ਚ ਜੇ ਉੱਥੇ ਅਸੀਂ ਚੰਗੇ ਤਰੀਕੇ ਨਾਲ ਅਰਜਨਟਾਈਨਾ 'ਚ ਆਪਣੇ ਆਪ ਨੂੰ ਡਿਫੈਂਡ ਨਾ ਕਰ ਪਾਏ, ਇਹ ਤੇ ਬੁਰਾ ਹਾਲਤ ਹੋ ਜਾਊਗੀ ਕਿਸਾਨਾਂ ਦੀ, ਹੋਰ ਬਹੁਤ ਮਾੜੀ ਹਾਲਤ ਹੋਣ ਵਾਲੀ ਆ। ਇਸ ਕਰਕੇ ਮੇਰੀ ਹਰਪ੍ਰੀਤ ਸਮਝਣ ਵਾਲੀ ਜਿਹੜੀ ਗੱਲ ਆ, ਬਹਿਸ ਨੂੰ ਇਸ ਲੈਵਲ ਤੇ ਲਿਜਾਣ ਦੀ ਲੋੜ, ਇਸ ਪੱਧਰ ਤੇ ਕਿ ਦੁਨੀਆ ਦੇ ਵਿੱਚ ਸਾਰੀ ਦੁਨੀਆ ਐਂ ਜੁੜ ਕੇ ਇੱਕ ਪਿੰਡ ਵਾਂਗੂ ਬਣ ਗਈ ਹੈ। ਜੇ ਸੈਂਟਰ ਤੇ ਇੰਟਰਨੈਸ਼ਨਲ ਲੋਕੀ ਵੀ ਕਿਸਾਨਾਂ ਨੂੰ ਬਚਾਉਣ ਵੱਲ ਨਹੀਂ ਤੁਰਨਗੇ, ਕਿਸਾਨ ਬਚ ਨਹੀਂ ਸਕਦਾ। ਕਿਸੇ ਇੱਕ ਸਰਕਾਰ ਦਾ ਜਾਂ ਕਿਸੇ ਛੋਟੀ ਮੋਟੀ ਸੰਸਥਾ ਦੀ ਵੱਸ ਦੀ ਗੱਲ ਨਹੀਂ, ਉਹਨਾਂ ਦੀ ਲੁੱਟ ਗਲੋਬਲ ਪੱਧਰ ਤੇ, ਵਿਸ਼ਵ ਪੱਧਰ ਤੇ ਹੋ ਰਹੀ ਹੈ, ਤੇ ਉੱਥੇ ਪਲੈਨਿੰਗ ਕਰਕੇ ਉਹਨਾਂ ਨੂੰ ਬਚਾਉਣਾ ਪਊ। ਚਲੋ ਇੱਕ ਛੋਟਾ ਜਿਹਾ ਬ੍ਰੇਕ ਲੈ ਲਵਾਂ, ਇੱਕ ਛੋਟਾ ਜਿਹਾ ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਣਾ। ਬਹੁਤ ਸਾਰੇ ਪੁਆਇੰਟਸ ਨੇ ਹਜੇ ਲਿਖੇ ਹੋਏ ਜਿਨ੍ਹਾਂ ਤੇ ਡਿਸਕਸ਼ਨ ਹੋਣਾ ਬੜਾ ਜ਼ਰੂਰੀ। ब्रेक तो बाद दर्शकों का एक बार फिर तो स्वागत है। साडी विचार चर्चा जारी है और किवें बचेगा किसान, इसे ते ही विचार चर्चा जारी है। और वड्डी गल यह है कि जो वार-वार असीं ये कहने कि किसानों नूं बचाना, उस दे लई की कुछ होना चाहिए, ये सोचना बड़ा जरूरी है। सुखदेव सिंह जी, एक नवीं गल जिहड़ी सामने आई है कि जमीन की पमाइश लई 500 तो लैके 5000 रुपए तक की फीस लगाउण दे आदेश जारी हो गए ने, ये नवीं गल किहड़ी है? नहीं देखो, गल ये है जी भी ये तो ਉਹਨੂੰ ਰਾਈਟ ਟੂ ਸਰਵਿਸ ਐਕਟ ਦੇ ਵਿੱਚ ਪਾਇਆ। ਉਹਦੇ ਵਿੱਚ ਜੇ ਕੋਈ ਪਹਿਲਾਂ ਵੀ ਕੋਈ ਕਿਸੇ ਨੇ ਆਪਣੀ ਡਿਮਾਰਕੇਸ਼ਨ ਕਰਾਉਣੀ ਸੀ, ਜਿਵੇਂ ਆਪਾਂ ਜਿਹਨੂੰ ਕਹਿ ਦਿੰਦੇ ਆ ਵੀ ਨਿਸ਼ਾਨਦੇਹੀ ਲੈਣੀ ਹੁੰਦੀ ਸੀ, ਤਾਂ 260 ਰੁਪਏ ਦਾ ਪਹਿਲਾਂ ਵੀ ਉਹ ਫੀਸ ਉਹ ਦਿੰਦਾ ਹੀ ਸੀਗਾ। ਉਹਦੇ ਵਿੱਚ ਇਹ ਕੀਤਾ ਕਿਸਾਨ ਲਈ 5000 ਰੁਪਏ ਤੱਕ ਦੇਣਾ। ਨਹੀਂ, ਮੈਂ ਤੁਹਾਨੂੰ ਉਹ ਗੱਲ ਪੂਰੀ ਹੋ ਲੈਂਦਾ ਨਾ ਜੀ। ਉਹ 5000 ਤਾਂ ਉਹ ਜੀ 25 ਏਕੜ ਤੋਂ ਵੱਧ ਵਾਲੇ ਨੂੰ ਹੈ। ਹੁਣ 25 ਏਕੜ ਤੋਂ ਵੱਧ ਵਾਲੇ ਕਿਸਾਨ ਨੂੰ 5000 ਮੇਰੇ ਖਿਆਲ ਦੇ ਵਿੱਚ ਤਾਂ ਨਹੀਂ ਦੁਖਦਾ। ਜੇ 5 ਏਕੜ ਵਾਲੇ ਨੂੰ, ਜਿਹੜਾ 5 ਏਕੜ ਤੱਕ ਹੈ, ਉਹਨੂੰ 500 ਰੁਪਏ ਹੀ ਰੱਖੀ ਹੈ, ਠੀਕ ਹੈ। 5 ਏਕੜ ਤੋਂ ਜਿਹੜਾ 25 ਏਕੜ ਤੱਕ ਹੈ, ਉਹਨੂੰ ਮੇਰੇ ਖਿਆਲ 'ਚ 1000 ਹੈ ਜਾਂ ਇੰਨੀ ਕੀ ਫੀਸ ਹੈ, ਤੇ 2500 ਰੁਪਏ 25 ਏਕੜ ਤੋਂ ਬਾਅਦ ਜਿਹੜੀ ਹੈਗੀ ਆ ਉਹ 5000 ਕੀਤੀ ਹੈ। ਦੇਖੋ, ਉਹ ਰਾਈਟ ਟੂ ਸਰਵਿਸ ਐਕਟ 'ਚ ਪਾਇਆ ਤਾਂ ਕਰਕੇ ਵੀ ਖੱਜਲ ਖੁਆਰੀ ਹੁੰਦੀ ਸੀ। ਅਬ ਜਾ ਕੇ ਕਿਸਾਨ ਨਿਸ਼ਾਨਦੇਹੀ ਵਾਸਤੇ ਦਰਖਾਸਤ ਦਿੰਦਾ ਸੀ, ਫਿਰ ਉਹ ਕਿਸੇ ਪਟਵਾਰੀ ਕੋਲੇ ਗੇੜੇ ਮਾਰਦਾ ਸੀ, ਪਹਿਲਾਂ ਜਾ ਕੇ ਵਿਚਾਰਾ SDM ਦਫ਼ਤਰ ਜਾਂਦਾ ਸੀ, ਤਹਿਸੀਲਦਾਰ ਦਫ਼ਤਰ ਜਾਂਦਾ ਸੀ, ਫਿਰ ਉਹ ਜਾ ਕੇ ਪਟਵਾਰੀ ਕੋਲੇ ਗੇੜੇ ਮਾਰਦਾ, ਕਾਨੂੰ ਕੋਲੇ ਗੋੜੇ ਮਾਰਦਾ ਸੀ। ਹੁਣ ਉਹਦੀ ਖੱਜਲ ਖੁਆਰੀ ਜਿਹੜੀ ਹੈ ਉਹ ਬੰਦ ਹੋ ਜੂਗੀ। ਔਰ ਉਹ ਜਿਹੜਾ ਹੈਗਾ, ਉਹਨੂੰ ਜਿਹੜਾ ਜਦੋਂ ਉਹਨੇ ਡਿਮਾਰਕੇਸ਼ਨ ਦੀ ਜਦੋਂ ਉਹਨੇ ਐਪਲੀਕੇਸ਼ਨ ਦੇਣੀ, ਉਹਦੀ ਆਪਣੇ ਆਪ ਡਿਮਾਰਕੇਸ਼ਨ ਵਾਸਤੇ ਦਫ਼ਤਰ ਦੀ ਜ਼ਿੰਮੇਵਾਰੀ ਹੋ ਜੂਗੀ, ਔਰ ਆਪੇ ਉਹਦੀ ਮਤਲਬ 500 ਤੋਂ ਲੈ ਕੇ 5000 ਤੱਕ ਦੀ ਜਿਹੜੀ ਫੀਸ ਰੱਖੀ ਹੈ ਤੁਹਾਡੇ ਮੁਤਾਬਕ ਉਹ ਜਾਇਜ਼ ਹੈਗੀ ਹੈ ਕਿਸਾਨਾਂ ਤੋਂ ਲੈਣੀ। ਹਾਂਜੀ ਬੂਟਾ ਸਿੰਘ ਜੀ। ਦੇਖੋ ਹਰਪ੍ਰੀਤ ਜੀ, ਜਿਹੜੀ ਬੇਸਿਕ ਗੱਲ ਇਹ ਆ ਵੀ ਜਦੋਂ ਇਹਨਾਂ ਪਾਰਟੀਆਂ ਨੇ ਵੋਟਾਂ ਲੈਣੀਆਂ ਹੁੰਦੀਆਂ ਨਾ, ਉਦੋਂ ਤਾਂ ਇਹ ਸਟੈਂਪ ਡਿਊਟੀਆਂ ਵੀ ਮਾਫ ਕਰ ਦਿੰਦੇ ਆ। ਅੱਜ ਕਿਸਾਨ ਕਿਸ ਸਰਦਲ ਤੇ ਖੜਾ ਦੇਖਣ ਦੀ ਲੋੜ ਇਹ ਆ, ਉਹਦੀ ਇਨਕਮ 'ਚ ਕੋਈ ਇਜ਼ਾਫਾ ਨਹੀਂ ਹੋ ਰਿਹਾ। ਠੀਕ ਆ, ਰਾਈਟ ਟੂ ਸਰਵਿਸ ਐਕਟ ਦੇ ਥੱਲੇ ਉਹਨੂੰ ਲੈ ਆਂਦਾ। ਜੇ ਮੈਂ ਪਿਛਲੀ ਸਰਕਾਰ ਦੀ ਗੱਲ ਕਰਾਂ, ਤਕਰੀਬਨ 170 ਸਰਵਿਸਿਜ਼ ਰਾਈਟ ਟੂ ਸਰਵਿਸ ਐਕਟ ਦੇ ਵਿੱਚ ਸੀ, ਪਰ ਉਹਨਾਂ ਦੇ ਵਿੱਚੋਂ ਮੀਅਰਲੀ 8-10 ਵੀ ਨਹੀਂ ਸੀ ਮਿਲਦੀਆਂ, ਬੇਸਿਕ ਸਰਵਿਸਿਜ਼ ਵੀ ਨਹੀਂ ਸੀਗੀਆਂ ਮਿਲਦੀਆਂ। ਇਹ ਵੀ ਇੱਕ ਮੈਂ ਮਹਿਸੂਸ ਕਰਦਾ ਇੱਕ ਆਈ ਵਾਸ਼ ਆ ਵੀ ਜੀ ਅਸੀਂ ਇਹਨੂੰ ਰਾਈਟ ਟੂ ਸਰਵਿਸ ਐਕਟ ਦੇ ਵਿੱਚ ਲੈ ਆਂਦਾ। ਤੁਹਾਡੇ ਕੋਲੇ ਸਟਾਫ ਤਾਂ ਹੈ ਨਹੀਂ ਜਿਹੜਾ ਸਾਂਝ ਕੇਂਦਰਾਂ ਦੇ ਵਿੱਚ ਉੱਥੇ ਬੈਠਾ ਸੀ, ਜਿਹੜਾ ਸਰਵਿਸ ਡਿਲੀਵਰੀ ਕਰਦਾ ਸੀ, ਉਹ ਤਾਂ ਸਟ੍ਰਾਈਕ ਤੇ ਆ। ਉਹਨਾਂ ਦੀਆਂ ਤੁਹਾਨੂੰ ਤਨਖਾਹਾਂ ਨਹੀਂ ਦਿੱਤੀਆਂ ਗਈਆਂ। ਉਹਨਾਂ ਦੇ ਠੇਕੇਦਾਰਾਂ ਨੇ ਹਾਈ ਕੋਰਟ ਅਪਰੋਚ ਕੀਤੀ ਆ। ਹਾਈ ਕੋਰਟ ਨੇ 360 ਆਰਟੀਕਲ ਦੀ ਐਮਰਜੈਂਸੀ ਤੱਕ ਦੀ ਗੱਲ ਕਰਤੀ ਆ। ਅਤੁਲ ਨੰਦਾ ਜੀ ਨੂੰ ਸੱਦ ਕੇ ਵੀ ਤੁਸੀਂ ਦੱਸੋ, ਸਟੇਟ ਤੋਂ ਪੁੱਛੋ ਕਿਉਂ ਨਾ ਫਾਈਨੈਂਸ਼ੀਅਲ ਐਮਰਜੈਂਸੀ ਲਗਾ ਦਿੱਤੀ ਜਾਵੇ। ਦੇਖੋ, ਕਿਸਾਨ ਅੱਜ ਦੀ ਤਰੀਕ ਦੇ ਵਿੱਚ ਇਸ ਪੋਜੀਸ਼ਨ 'ਚ ਹੈ ਨਹੀਂ ਵੀ ਉਹ ਇਹ ਭਾਰ ਚੱਕ ਸਕੇ।
ਹਾਂ ਉਹਦੀ ਇਨਕਮ 'ਚ ਇਜ਼ਾਫਾ ਕਰੋ, ਕੋਈ ਡਿਵਰਸਿਫਿਕੇਸ਼ਨ ਲਿਆਓ, ਫਿਰ ਜਦੋਂ ਮਰਜ਼ੀ ਦੇ ਦਿਓ। ਉਹਨੂੰ ਵੀ ਪਤਾ, ਉਹਨੂੰ ਦਿਸਦਾ ਹੋਵੇ, ਉਹ ਦੇਣ ਜੋਗਾ ਹੋਵੇ, ਖੁਸ਼ ਹੋ ਕੇ ਦਊਗਾ। ਪਰ ਜਦੋਂ ਆਪਾਂ ਨਮੋਸ਼ੇ ਮਨ ਨਾਲ, ਦੁਖੀ ਮਨ ਨਾਲ ਕੋਈ ਕੰਮ ਕਰਦੇ ਆ, ਮੈਨੂੰ ਲੱਗਦਾ ਉਹ 'ਚ ਪੂਰਤੀ ਨਹੀਂ ਪੈਣ ਵਾਲੀ, ਕਿਉਂਕਿ ਅੱਜ ਕਿਸਾਨ ਬਹੁਤ ਮਾੜੀ ਹਾਲਤ ਦੇ ਵਿੱਚ ਰਹਿ ਰਿਹਾ। ਹਾਂਜੀ ਪ੍ਰੋਫੈਸਰ ਸਾਹਿਬ, ਇਹ ਮੈਨੂੰ ਲੱਗਦਾ ਕਿ ਜਿਹੜਾ 260 ਤੋਂ ਜਿਹੜਾ 500 ਕੀਤਾ ਆ, ਜੇ ਇਮਾਨਦਾਰੀ ਨਾਲ 500 ਚ ਵੀ ਕੰਮ ਹੋ ਜਾਏ ਫਿਰ ਉਹ ਕੋਈ ਓਡੀ ਗੱਲ ਨਹੀਂ ਲੱਗਦੀ ਹੈ। ਪਰ ਦੁੱਖ ਹੈ ਕਿ ਗੇੜੇ ਫਿਰ ਵੀ ਮਾਰਨੇ ਪੈਣਗੇ। ਮੈਨੂੰ ਲੱਗਦਾ ਸਾਡਾ ਸਿਸਟਮ ਨਹੀਂ ਕੰਮ ਕਰਦਾ। ਦੇਖੋ ਅੱਗੇ ਵੀ ਉਹ 260 'ਚ ਥੋੜੀ ਕੰਮ ਹੁੰਦਾ, ਉਹ ਹੁੰਦਾ ਹੋਊਗਾ ਘੱਟੋ ਘੱਟ, ਮੇਰੇ ਕੋਲ ਕੋਈ ਅੰਕੜੇ ਨਹੀਂ ਗਏ, ਉਹਦਾ ਤੇ 2-4 ਹਜ਼ਾਰ 5,000 ਰੁਪਇਆ ਜ਼ਰੂਰ 5 ਏਕੜ ਵਾਲੇ ਦਾ ਵੀ ਲੱਗਦਾ ਹੋਊਗਾ। ਜਗ੍ਹਾ ਜਗ੍ਹਾ ਤੇ ਬੰਦੇ ਮੂੰਹ ਅੱਡ ਕੇ ਬੈਠੇ ਹੁੰਦੇ ਆ। ਉਹ ਇਸ ਕਰਕੇ ਉਹ ਕੰਮ ਨੂੰ ਜਿਹੜਾ ਇਹ ਫਾਰਮਲ ਫੀਸ ਦੇਣ ਤੋਂ ਬਾਅਦ ਵੀ ਜੇ ਕੰਮ ਹੋਵੇ, ਜਿਹੜੇ ਗੇੜੇ ਵੱਜਦੇ, ਉਹਦੀਆਂ ਦਿਹਾੜੀਆਂ ਟੁੱਟਦੀਆਂ, ਜਿਹੜਾ ਟਾਈਮ ਲੱਗਦਾ, ਹੋਰ ਖੱਜਲ ਖੁਆਰੀ ਹੁੰਦੀ ਆ, ਤੇ ਜਿਹੜਾ ਸਾਰੀ ਜਗ੍ਹਾ ਐਪਲੀਕੇਸ਼ਨ ਨੂੰ ਅੱਗੇ ਕਰ ਲਈ, ਥੋੜ੍ਹਾ ਜਿਹਾ ਉਹਦੇ ਤੇ ਮੰਗਦੇ ਵੀ ਹੈਗੇ ਕਿ ਕੁਛ ਨਾ ਕੁਛ ਨਾਲ ਉਹਦੀ ਗਰਮਾਈ ਲਾਓ। ਤੇ ਉਸ ਕਰਕੇ ਮੈਨੂੰ ਲੱਗਦਾ ਕਿ ਜੇ ਸਿਸਟਮ ਕੰਮ ਕਰਨ ਲੱਗ ਜਾਏ ਤੇ ਫਿਰ ਤੇ ਜਿਸ ਤਰ੍ਹਾਂ ਇਹ ਕਹਿ ਰਹੇ ਆ, ਕਲੇਮ ਕਰ ਰਹੇ ਸੁਖਦੇਵ ਹੁਣੀ ਵੀ ਹੁਣ ਉਹਨਾਂ ਦੇ ਘਰੇ ਆ ਜੂਗੀ, ਜੇ ਇਹਦੇ ਘਰੇ ਆਉਣ ਲੱਗ ਜੇ ਫਿਰ ਤੇ ਕੋਈ ਮਹਿੰਗਾ ਨਹੀਂ ਹੈ। ਪਰ ਮੈਨੂੰ ਉਮੀਦ ਨਹੀਂ ਲੱਗਦੀ ਜਿਸ ਤਰ੍ਹਾਂ ਦਾ ਸਾਡਾ ਅਸੀਂ ਸਿਸਟਮ ਬਣਾਇਆ, ਕਿਉਂਕਿ ਜਿਹੜੇ ਜਿਨ੍ਹਾਂ ਨੇ ਸਿਸਟਮ ਨੂੰ ਆਪਣੇ ਹੱਕ 'ਚ ਵਰਤਣਾ ਔਰ ਉਹਨੂੰ ਤਾਰਪੀਡੋ ਕਰਨਾ ਆ, ਉਹਨੂੰ ਸ਼ਾਰਟ ਸਰਕਟ ਕਰਕੇ ਆਪਣੇ ਹੱਕ 'ਚ ਜਿਹੜੇ ਅਫਸਰਸ਼ਾਹੀ ਲੈ ਜਾਂਦੀ ਆ, ਉਹਨਾਂ ਨੇ ਪਹਿਲਾਂ ਹੀ ਸੋਚਿਆ ਹੁੰਦਾ ਜਿੰਨੇ ਮਰਜ਼ੀ ਤੁਸੀਂ ਅਪਹਾਰ ਕਰਨ ਦੀ ਕੋਸ਼ਿਸ਼ ਕਰੋ। ਇਹ ਦਿੱਕਤ ਆ ਰਹੀ ਹੈ। ਮੇਰਾ ਖਿਆਲ ਜੇ ਤੁਸੀਂ ਇਹ ਇੰਸ਼ੋਰ ਕਰੋ ਕਿ ਉਹਨਾਂ ਬੰਦਿਆਂ ਨੂੰ ਕੋਈ ਨਾ ਕੋਈ ਪਿਨੇਲਾਈਜ਼ ਕੀਤਾ ਜਾਊਗਾ ਜੇ ਉੱਥੇ ਡਿਲੀਵਰੀ ਨਹੀਂ ਹੁੰਦੀ ਹੈ। ਜਿਵੇਂ ਆਪਣੇ ਆਮ ਆਦਮੀ ਪਾਰਟੀ ਦੇ ਨੇ ਉਹਨੇ ਦੱਸਿਆ ਕਿ ਪਹਿਲਾਂ ਵੀ 117 ਦੇ ਵਿੱਚ ਕੋਈ ਹੋ ਨਹੀਂ ਸੀ ਰਹੀਆਂ। ਜੇ ਇਹੋ ਹੀ ਹੋਣਾ ਆ ਤੇ ਫਿਰ ਤੇ ਉਹਨਾਂ ਨੂੰ ਜ਼ਰੀਆ ਹੀ ਹੈ, ਫਿਰ ਤੇ ਕੋਈ ਇਹਦਾ ਫਾਇਦਾ ਨਹੀਂ ਹੈ, ਫਿਰ ਤੇ ਵਾਧੂ ਇੱਕ ਹੋਰ ਬੋਝ ਹੀ ਹੈਗਾ। ਪਰ ਜੇ ਡਿਲੀਵਰੀ ਹੋ ਜਾਏ ਤੇ ਫਿਰ ਮੈਨੂੰ ਲੱਗਦਾ ਕਿ ਸ਼ਾਇਦ ਲੋਕ ਜਿਹੜੇ ਆ ਉਹ ਇਸ ਨੂੰ ਬਹੁਤਾ ਬੋਝ ਨਹੀਂ ਮੰਨਣਗੇ। ਠੀਕ ਹੈ, ਮੇਰਾ ਇੱਕ ਸਵਾਲ ਸਰ ਕਾਂਗਰਸ ਦੇ ਬੁਲਾਰੇ ਨੂੰ ਜ਼ਰੂਰ ਹੈਗਾ ਕਿ ਜਿਹੜੀਆਂ ਤੁਹਾਡੀਆਂ ਵਿਰੋਧੀ ਪਾਰਟੀਆਂ ਉਹ ਇਹ ਕਹਿ ਰਹੀਆਂ ਕਿ ਤੁਸੀਂ ਜਦੋਂ ਸਰਕਾਰ ਬਣਾਉਣੀ ਸੀ ਤੁਸੀਂ ਕਿਹਾ ਸੀ ਵੀ ਕਿਸੇ ਵੀ ਤਰ੍ਹਾਂ ਦਾ ਡਾਇਰੈਕਟ ਇਨਡਾਇਰੈਕਟ ਟੈਕਸ ਨਹੀਂ ਲੱਗੇਗਾ, ਪਰ ਹੁਣ ਹੌਲੀ ਹੌਲੀ ਤੁਸੀਂ ਛੋਟੀ ਛੋਟੀ ਚੀਜ਼ਾਂ ਦੇ ਵਿੱਚ ਤੁਸੀਂ ਟੈਕਸ ਲਗਾ ਰਹੇ ਹੋ ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਤੁਸੀਂ ਪੈਸੇ ਉਗਰਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਉਹਦਾ ਕਾਰਨ ਦੇਖੋ ਜੀ, ਇਹ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ, ਇਹ ਕੋਈ ਟੈਕਸ ਨਹੀਂ ਲਾਇਆ, ਇਹ ਤਾਂ ਇੱਕ ਅਸੀਂ ਇੱਕ ਸਹੂਲਤ ਦੇਣੀ ਆ। ਸਹੂਲਤ ਦੇਣ ਦੇ ਵਾਸਤੇ ਜਿਹੜੇ ਹੈਗੇ ਬੜੇ ਨੋਮੀਨਲ ਜੇ ਉਹ ਰੱਖੇ ਆ। ਮੈਂ ਸਿਰਫ ਇਹਦੀ ਗੱਲ ਨਹੀਂ ਕਰ ਰਿਹਾ, ਬਹੁਤ ਸਾਰੀਆਂ ਹੋਰ ਚੀਜ਼ਾਂ ਨੇ, ਮੈਂ ਅੱਗੇ ਜਾ ਕੇ ਤੁਹਾਨੂੰ ਗਿਣਾ ਵੀ ਦਾਂਗਾ ਕਿਹੜੀ ਚੀਜ਼ਾਂ ਮੈਂ ਦੱਸ ਰਿਹਾ। ਤੁਸੀਂ ਗਿਣਾਓਗੇ ਉਹਦਾ ਜਵਾਬ ਬਿਲਕੁਲ ਦਿੱਤਾ ਜਾਊਗਾ ਜੀ, ਉਹਦੀ ਕੋਈ ਇਹੋ ਜਿਹੀ ਗੱਲ ਨਹੀਂ ਹੈ ਵੀ ਕਿਤੇ ਜਿੱਥੇ ਟੈਕਸ ਲਾਉਣ ਦੀ ਗੱਲ ਆਈ ਹੈ। ਕਈ ਚੀਜ਼ਾਂ ਤੇ ਇਹੋ ਜਿਹੀਆਂ ਨੇ ਜਿਹੜੀਆਂ ਮੈਂਡੇਟਰੀ ਨੇ, ਜਿਹੜੀਆਂ ਕਿ ਅਸੀਂ ਵਿਰਾਸਤ 'ਚ ਲਈਆਂ ਰਹੇ, ਉਹ ਸਾਨੂੰ ਕਰਨੀਆਂ ਪੈ ਰਹੀਆਂ ਨੇ, ਔਰ ਉਹਦੇ ਵਾਸਤੇ ਸਾਨੂੰ ਦੋਸ਼ੀ ਠਹਿਰਾਇਆ ਜਾਵੇ ਉਹ ਵੀ ਗਲਤ ਗੱਲ ਹੈ। ਕਿਉਂਕਿ ਮੈਂ ਤੁਹਾਡਾ ਸਵਾਲ ਜਿਹੜਾ ਆਊਗਾ ਮੈਂ ਉਹਦਾ ਪਹਿਲਾਂ ਜਵਾਬ ਦੇ ਦੇਣਾ। ਤੁਸੀਂ ਬਿਜਲੀ ਦੇ ਰੇਟਾਂ ਦੀ ਗੱਲ ਕਰੋਗੇ, ਕਿਉਂਕਿ ਬਿਜਲੀ ਦੇ ਰੇਟ ਜਿਹੜੇ ਨੇ ਇਹ ਜਦੋਂ ਇਹ ਉੱਥੇ ਸੈਂਟਰ ਗੌਰਮੈਂਟ ਦੇ ਵਿੱਚ ਪਿਛਲੀ ਸਰਕਾਰ ਇਹ ਫੈਸਲਾ ਕਰਕੇ ਵੀ 5 ਸਾਲ 5% ਅਸੀਂ ਐਨੂਅਲੀ ਭਰਾਇਆ ਕਰਾਂਗੇ, ਤੇ ਤਾਂ ਇਹਨਾਂ ਨੇ ਜਿਹੜਾ ਉਸ ਟਾਈਮ ਤੇ ਕਰਜ਼ਾ ਜਿਹੜਾ ਸਵੈਪ ਕੀਤਾ ਸੀਗਾ, ਜਿਹੜਾ ਸਾਡੇ PSPCL ਤੇ PSTCL ਦਾ ਕਰਜ਼ਾ ਸੀਗਾ, ਉਦੋਂ ਇਹ ਮੰਨ ਕੇ ਆਏ ਸੀ ਵੀ 5% ਇਨ ਰਾਈਟਿੰਗ ਦੇ ਕੇ ਆਏ ਹੋਏ ਨੇ, ਔਰ ਉਹ ਸਾਡੀ ਰੈਗੂਲੇਟਰ ਕਮਿਸ਼ਨ ਦੇ ਤੋਂ ਸਾਡੀ ਬਾਈਂਡਿੰਗ ਆ ਉਹ ਵਧਾਉਣਾ। ਔਰ ਪਿਛਲੇ ਵਾਰੀ ਇਹਨਾਂ ਨੇ ਔਰ ਰੈਗੂਲੇਟਰ ਕਮਿਸ਼ਨ ਤੋਂ ਕਰਾ ਕਰੂ ਲਿਆ ਵੀ ਅੱਗੇ ਕਰ ਦੋ, ਪੈਂਡਿੰਗ ਕਰ ਦੋ, ਉਹ ਸਾਨੂੰ 9% ਵਧਾਉਣਾ ਪੈ ਗਿਆ। ਔਰ ਉਸ ਦੇ ਨਾਲ ਹੋਇਆ ਕਿ ਕਿਉਂਕਿ ਰੈਗੂਲੇਟਰ ਕਮਿਸ਼ਨ ਉਹਨੇ ਪਤਾ ਸੀ ਵੀ ਉਹਨੇ ਗਲਤ ਕੀਤਾ, ਉਹ ਰਿਜ਼ਾਈਨ ਕਰਕੇ ਦੌੜ ਗਿਆ। ਹੁਣ 9% ਜਿਹੜਾ ਤੁਸੀਂ ਗੱਲ ਕਰ ਰਹੇ ਹੋ, 9% ਤੁਸੀਂ ਅਪ੍ਰੈਲ ਤੋਂ ਲੈਣ ਦੀ ਗੱਲ ਕਰ ਰਹੇ ਹੋ। ਉਹ ਤਾਂ ਮੈਂ ਤੁਹਾਨੂੰ ਕਹਿੰਦਾ ਬਾਈਂਡਿੰਗ ਸੀ ਸਰ, ਉਹ ਤਾਂ ਬਾਈਂਡਿੰਗ ਮੈਂ ਉਹੀ ਗੱਲ ਕਹਿ ਰਿਹਾ ਨਾ। ਹੁਣ ਲੋਕਾਂ ਦੇ ਉੱਤੇ ਅਪ੍ਰੈਲ ਤੋਂ ਲੈ ਕੇ ਹੁਣ ਤੱਕ ਦਾ ਵਜਨ ਪੈ ਗਿਆ। ਉਸ ਤੋਂ ਵੀ ਵੱਧ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਜਿੰਨੇ ਵੀ ਲੋਕ ਰਹਿੰਦੇ ਨੇ ਏਰੀਆ ਦੇ ਵਿੱਚ 2% ਸੈਸ ਤੁਸੀਂ ਬਿਜਲੀ ਸੈਸ ਉਹਨਾਂ ਦੇ ਉੱਤੇ ਹੋਰ ਲਗਾ ਦਿੱਤਾ। ਮਤਲਬ 11% ਬਿਜਲੀ ਦਾ ਤੁਸੀਂ ਵਾਧੂ ਬੋਝ ਜਿਹੜਾ ਲੋਕਾਂ ਤੇ ਪਾਇਆ। ਕਿੱਥੇ ਜਾਣਗੇ ਲੋਕ? ਸਰ ਅਸੀਂ ਇਹਦੇ ਪਹਿਲਾਂ ਆਲਰੇਡੀ ਤੁਹਾਨੂੰ ਦੱਸਿਆ, ਇਹਦੇ ਵਾਸਤੇ ਅਸੀਂ ਪ੍ਰਬੰਧ ਕਰ ਰਹੇ ਹਾਂ। ਜਿਹੜਾ ਜੋ ਇਸ ਸੈਕਟਰ ਦੇ ਵਿੱਚ ਪਰਟੀਕੂਲਰਲੀ ਮੈਂ ਗੱਲ ਕਰਦਾ, ਜੋ ਪੱਠਾ ਪਟਾ ਕੇ ਪਿਛਲੀ ਸਰਕਾਰ ਗਈ ਹੈ ਉਹਨੂੰ ਭਰਪਾਈ ਉਹਦੀ ਕਰਨੀ ਬਹੁਤ ਔਖੀ ਹੈ। ਉਹਨਾਂ ਨੇ ਜੋ 3 ਥਰਮਲਾਂ ਦੇ ਨਾਲ ਉਹਨਾਂ ਨੇ ਉਹਨਾਂ ਨੂੰ ਇਹ ਦੇਤੇ ਵੀ ਤੁਹਾਨੂੰ ਫਿਕਸ ਚਾਰਜਸ ਦੇਣੇ ਆ, ਜਿਹੜੇ 27-2800 ਕਰੋੜ ਰੁਪਈਆ ਸਾਡਾ ਸਾਲ ਦਾ ਬਣਦੇ ਆ। ਅੱਜ ਸਾਡੀ ਡਿਮਾਂਡ ਹੈਗੀ ਹੈ 3000 ਮੈਗਾਵਾਟ, ਔਰ ਬਿਜਲੀ ਅਸੀਂ ਪ੍ਰਾਈਵੇਟ ਵਾਲਿਆਂ ਦੀ ਸਾਡੇ ਕੋਲ ਕੈਪੈਸਿਟੀ ਹੈਗੀ ਆ, ਜੇ ਅਸੀਂ ਉਹਨਾਂ ਦੀ ਟੋਟਲ ਲਾਈਏ 3000 ਤੋਂ ਵੱਧ, ਤੇ ਸਾਨੂੰ ਆਪਦੇ ਹਾਈਡਲ ਵੀ ਬੰਦ ਕਰਨਾ ਪਊ। ਚਲੋ ਇਹਦੇ ਬਾਰੇ ਆਪਾਂ ਜਵਾਬ ਲੈ ਲੈਣੇ ਹੁਣੇ, ਉਹ ਵੀ ਬੰਦ ਕਰਨਾ ਪਊਗਾ ਤਾਂ ਜਾ ਕੇ। ਨਹੀਂ ਪੂਰੀ ਗੱਲ ਸੁਣੋ ਨਾ, ਇਹਦੇ ਵਿੱਚ ਕੀ ਹੋ ਕੀ ਰਿਹਾ, ਔਰ ਉਹ ਲੁੱਟ ਹੋ ਰਹੀ ਹੈ ਸਾਡੇ ਖਜ਼ਾਨੇ ਦੀ, ਜਿਹੜਾ ਕਾਰਪੋਰੇਸ਼ਨ ਉਹਦੇ ਵਾਸਤੇ ਮੇਰੀ ਪੂਰੀ ਗੱਲ ਸੁਣੋ, ਅਸੀਂ ਜੋ ਕਰ ਰਹੇ ਹਾਂ ਉਹਦੇ ਵਾਸਤੇ ਇਸ ਸਰਕਾਰ ਨੇ ਜੋ ਕਿਹਾ ਸੀਗਾ ਉਹਦੇ ਵਾਸਤੇ ਆਲਰੇਡੀ ਟੈਂਡਰ ਮੰਗਿਆ ਸੀਗਾ ਥਰਡ ਪਾਰਟੀ ਆਡਿਟ ਦਾ, ਵੀ ਥਰਡ ਪਾਰਟੀ ਆਡਿਟ ਕੀਤੀ ਜਾਵੇ, ਔਰ ਉਸ ਤੋਂ ਬਾਅਦ ਉਹ ਜਿਹੜੇ MOU ਹੈ ਜਿਹੜੇ ਉਹਨਾਂ ਨੇ ਕੀਤੇ ਹੋਏ ਆ ਉਹ ਰਿਵਿਊ ਹੋਣ।
ਠੀਕ ਹੈ, ਇੱਕ ਪਾਰਟੀ ਆਈ ਹੈ, ਉਸ ਕਰਕੇ ਉਹ ਸਿਰੇ ਨਹੀਂ ਲੱਗਿਆ, ਦੁਬਾਰਾ ਰੀਟੈਂਡਰਿੰਗ ਹੋਈ ਹੈ ਔਰ ਉਹਦੇ ਵਿੱਚ ਉਹ ਚਲੋ ਇੱਕ ਮਿੰਟ ਮੈਂ ਰਿਐਕਸ਼ਨ ਲੈ ਲਾ ਬੂਟਾ ਸਿੰਘ ਜੀ ਤੋਂ, ਮੇਰੀ ਉਹ ਗੱਲ ਹਲੇ ਵਿੱਚ ਹੈ, ਮੈਂ ਦੁਬਾਰਾ ਫਿਰ ਆਵਾਂਗਾ 2% ਸੈਸ ਦੀ। ਮੈਂ ਕਾਂਗਰਸ ਦੇ ਬੁਲਾਰਿਆਂ ਨਾਲ ਬਿਲਕੁਲ ਵੀ ਇਸ ਕਤਈ ਨਹੀਂ ਸਹਿਮਤ। ਜੇ ਪਿਛਲੀ ਸਰਕਾਰ ਸਾਨੂੰ ਖੂਹ ਦੇ ਕਿਨਾਰੇ ਤੇ ਲਿਆ ਕੇ ਖੜਾ ਕਰ ਗਈ, ਜ਼ਰੂਰੀ ਤਾਂ ਨਹੀਂ ਤੁਸੀਂ ਵਿੱਚ ਛਾਲ ਮਰਾਉਣੀ ਆ, ਤੁਸੀਂ ਕੋਈ ਬੌਂਡ ਨਹੀਂ ਸੀ। ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੇ ਵੀ ਸਰਕਾਰ ਬਣਾਈ ਸੀ, ਇਸੇ ਸਪੈਸੀਫਿਕ ਸੈਕਟਰ ਦਾ ਬਹੁਤ ਬੁਰਾ ਹਾਲ ਸੀ। ਅੱਜ ਤੁਸੀਂ ਉੱਥੇ ਜਾ ਕੇ ਦੇਖ ਲਓ, ਬਿਜਲੀ ਦੇ ਰੇਟ ਬਹੁਤ ਘੱਟ ਨੇ। ਵੀ ਇਹ ਜ਼ਰੂਰੀ ਨਹੀਂ ਹੁੰਦਾ ਜਿਵੇਂ ਸੁਖਦੇਵ ਸਿੰਘ ਜੀ ਕਹਿ ਰਹੇ ਵੀ ਅਸੀਂ ਬੌਂਡ ਸੀ, ਤੁਸੀਂ ਬੌਂਡ ਨਹੀਂ ਸੀ, ਤੁਸੀਂ ਆਟੋਨੋਮਸ ਹੋ, ਗਵਰਨਮੈਂਟ ਤੁਹਾਡੀ ਬਣੀ ਆ, ਤੁਸੀਂ ਚੇਂਜ ਕਰ ਸਕਦੇ ਸੀ। ਤੁਸੀਂ ਛੋਟੀਆਂ ਗੱਲਾਂ ਤੇ ਰੈਜ਼ੋਲੂਸ਼ਨ ਲੈ ਆਉਂਦੇ ਹੋ। ਐਡੀ ਵੱਡੀ ਗੱਲ ਜਿੱਥੇ ਸ਼ਹਿਰੀ ਮਰ ਰਹੇ ਆ, ਤੁਸੀਂ ਬਿਜਲੀ ਦੇ 9% 11% ਰੇਟ ਵਧਾਤੇ ਆ, ਤੁਸੀਂ ਕਹਿੰਦੇ ਜੀ ਅਸੀਂ ਬੌਂਡ ਸੀ। ਇਹ ਕੋਈ ਗੱਲ ਨਹੀਂ, ਇਹ ਤਾਂ ਸਿਰਫ ਇੱਕ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਣ ਵਾਲੀ ਗੱਲ ਆ। ਮੈਂ ਠੀਕ ਹੈ, ਇੱਕ ਬ੍ਰੇਕ ਆਪਾਂ ਨੂੰ ਹੋਰ ਛੋਟਾ ਜਿਹਾ ਲੈਣਾ ਪਏਗਾ। ਬ੍ਰੇਕ ਤੋਂ ਬਾਅਦ ਇੱਕ ਹੋਰ ਖਾਸ ਮਹਿਮਾਨ ਸਾਡੇ ਨਾਲ ਜੁੜ ਜਾਣਗੇ, ਫਿਰ ਜਾਰੀ ਰੱਖਾਂਗੇ ਡਿਸਕਸ਼ਨ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸਾਡੀ ਵਿਚਾਰ ਚਰਚਾ ਜਾਰੀ ਹੈ। 2 ਇਸ਼ੂ ਨੇ ਅੱਜ ਜਿਹੜੇ ਵਿਚਾਰ ਚਰਚਾ ਦੇ ਵਿੱਚ ਲੈ ਕੇ ਆਏ ਹਾਂ। ਪਹਿਲਾ ਫਸਲੀ ਕਰਜ਼ਾ, ਜਿਹੜੀ ਗੱਲ ਸਰਕਾਰ ਵੱਲੋਂ ਪਹਿਲਾਂ ਕੀਤੀ ਜਾ ਰਹੀ ਸੀ ਕਿ ਲਗਭਗ 10.25 ਲੱਖ ਕਿਸਾਨਾਂ ਨੂੰ ਫਾਇਦਾ ਹੋਵੇਗਾ, ਜਿਹੜਾ 2 ਲੱਖ ਰੁਪਏ ਕਰਜ਼ਾ ਮਾਫ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਪਰ ਹੁਣ ਇਹ ਦਾਇਰਾ ਹੋਰ ਸੁੰਗੜ ਕੇ ਛੋਟਾ ਹੋ ਗਿਆ। ਮਾਹਿਰਾਂ ਦੇ ਮੁਤਾਬਕ ਲਗਭਗ 6 ਲੱਖ ਕਿਸਾਨ ਨੇ ਜਿਹੜੇ, ਉਹਨਾਂ ਦਾ ਹੀ ਕਰਜ਼ਾ ਮਾਫ ਹੋ ਸਕੇਗਾ। ਇਸੇ ਤੇ ਵਿਚਾਰ ਚਰਚਾ ਜਾਰੀ ਹੈ। ਇੱਕ ਹੋਰ ਮਹਿਮਾਨ ਸਾਡੇ ਨਾਲ ਵਿਰਸਾ ਸਿੰਘ ਵਲਟੋਹਾ ਸਾਹਿਬ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ, ਉਹ ਵੀ ਜੁੜ ਗਏ ਨੇ। ਵਲਟੋਹਾ ਸਾਹਿਬ, ਮੈਂ ਪਹਿਲੀ ਸਟੇਟਮੈਂਟ ਤੁਹਾਡੀ ਕਿਸਾਨੀ ਕਰਜ਼ੇ ਤੇ ਹੀ ਲੈਣਾ ਚਾਹਾਂਗਾ ਕਿ ਜਿਸ ਦੀ ਸਰਕਾਰ ਨੇ ਪਹਿਲਾਂ ਗੱਲ ਕੀਤੀ ਸੀ, ਇਲੈਕਸ਼ਨ ਤੋਂ ਪਹਿਲਾਂ ਪਾਰਟੀ ਨੇ ਗੱਲ ਕੀਤੀ ਸੀ ਕਿ ਹਰ ਤਰ੍ਹਾਂ ਦਾ ਕਰਜ਼ਾ ਮਾਫ ਹੋਏਗਾ, ਭਾਵੇਂ ਉਹ ਬੈਂਕਾਂ ਦਾ ਹੋਵੇ, ਕਾਰਪੋਰੇਸ਼ਨ ਸੈਕਟਰ ਦਾ ਹੋਵੇ, ਜਾਂ ਫਿਰ ਇੱਥੋਂ ਤੱਕ ਕਿ ਆੜਤੀਆਂ ਦਾ ਵੀ ਹੋਵੇ, ਉਹ ਵੀ ਮਾਫ ਹੋਏਗਾ। ਪਰ ਹੁਣ ਇਹ ਦਾਇਰਾ ਸੁੰਗੜਦਾ 6 ਲੱਖ ਤੇ ਆ ਕੇ ਖੜ ਗਿਆ। ਹਰਪ੍ਰੀਤ ਜੀ, ਜਿਸ ਦਿਨ 12 ਮਾਰਚ ਨੂੰ ਰਿਜ਼ਲਟ ਆਏ ਸੀ, ਉਸ ਦਿਨ ਵੱਖ-ਵੱਖ ਚੈਨਲਾਂ ਦੇ ਉੱਤੇ ਡਿਬੇਟ ਆਈ ਸੀ। ਇੱਕ ਚੈਨਲ ਦੇ ਉੱਤੇ ਮੈਨੂੰ ਵੀ ਡਿਬੇਟ ਦੇ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ ਔਰ ਬੜੇ ਕਾਂਗਰਸੀ ਬਹੁਤ ਉਤਸ਼ਾਹਿਤ ਸਨ। ਪਰ ਮੈਂ ਇੱਕੋ ਗੱਲ ਕੀਤੀ ਸੀ ਕਿ ਤੁਹਾਨੂੰ ਵਧਾਈ, ਤੁਹਾਡੀ ਸਰਕਾਰ ਬਣ ਗਈ ਹੈ। ਤੇ ਮੈਂ ਤੁਸੀਂ ਬੜੇ ਵੱਡੇ ਵਾਅਦੇ ਕੀਤੇ ਨੇ, ਚਾਹੇ ਕਿਸਾਨਾਂ ਨਾਲ ਕਰਜ਼ਾ ਮਾਫੀ ਦਾ ਵਾਅਦਾ ਕੀਤਾ ਹੈ, ਨੌਜਵਾਨਾਂ ਨਾਲ ਨੌਕਰੀਆਂ ਦਾ ਕੀਤਾ ਹੈ, ਉਹਨਾਂ ਨਾਲ ਬੇਰੁਜ਼ਗਾਰੀ ਭੱਤੇ ਦਾ ਕੀਤਾ ਹੈ, ਸਮਾਰਟਫੋਨਾਂ ਦਾ ਕੀਤਾ ਹੈ, ਵੱਖ-ਵੱਖ ਵਰਗਾਂ ਦੇ ਨਾਲ ਤੁਸੀਂ ਵਾਅਦੇ ਕੀਤੇ ਹੈ ਜੀ। ਤੇ ਮੈਨੂੰ ਪਤਾ ਤੁਸੀਂ ਇਹਦੇ ਚੋਂ ਵਾਅਦਾ ਕੋਈ ਪੂਰਾ ਨਹੀਂ ਕਰਨਾ, ਤੇ ਵਾਅਦਾ ਤਾਂ ਤੁਸੀਂ ਪੂਰਾ ਨਹੀਂ ਕਰਨਾ, ਪਰ ਘੱਟੋ ਘੱਟ ਹੱਥ ਬੰਨ ਕੇ ਬੇਨਤੀ, ਮੈਂ ਚੀਕਾਂ ਨਾ ਕਢਾਇਆ ਜੀ। ਇੱਕ ਤੇ ਕਹੋਗੇ ਤਾਂ ਮੈਂ ਡਿਬੇਟ ਤੁਹਾਨੂੰ ਭੇਜੂ ਦੇਵਾਂਗਾ। ਮੈਂ ਉਸ ਦਿਨ ਲਫ਼ਜ਼ ਵਰਤਿਆ ਸੀ ਪਹਿਲੇ ਦਿਨ ਵੀ ਤੁਸੀਂ ਲੋਕਾਂ ਦੀਆਂ ਚੀਕਾਂ ਕਢਾਓਗੇ। ਲੋਕ ਭੁੱਲ ਗਏ ਕਾਂਗਰਸ ਦੇ 2002 ਤੋਂ ਲੈ ਕੇ 2007 ਦੇ ਰਾਜ ਨੂੰ 10 ਸਾਲ ਲੰਘ ਗਏ ਸੀ, ਲੋਕੀ ਭੁਲੇਖੇ ਚ ਆ ਗਏ ਸੀ, ਪਰ ਉਹ ਹੁਣ ਚੀਕਾਂ ਕਢਾਉਣ ਵਾਲੇ ਪਾਸੇ ਤੁਰ ਪਏ ਨੇ। ਔਰ ਚੀਕਾਂ ਕਢਾਉਣ ਵਾਲੇ ਪਾਸੇ ਇਹਨਾਂ ਨੇ ਜਿਹੜਾ ਕਹਿੰਦੇ ਨੇ ਨਾ ਜੀ, ਪਹਿਲੋਂ ਅਸੀਂ 10.5 ਲੱਖ ਪਰਿਵਾਰ ਲੈਣੇ ਸੀ, ਹੁਣ ਅਸੀਂ 6 ਲੱਖ ਤੇ ਆ ਗਏ ਆ, ਜਾਂ ਜਿਹੜੇ ਇਹਦੇ ਬਾਰੇ ਐਨਾਲਿਸਿਸ ਕਰ ਰਹੇ ਨੇ ਉਹ ਲੋਕ ਕਹਿ ਰਹੇ ਇਹਨਾਂ ਨੇ 6 ਲੱਖ ਕੀ 6 ਜਣਿਆਂ ਦਾ ਵੀ ਮਾਫ ਨਹੀਂ ਕਰਨਾ। ਔਰ ਉਲਟਾ ਕੀ ਹੈ, ਵਲਟੋਹਾ ਸਾਹਿਬ ਇੱਕ ਮਿੰਟ, ਸੁਖਦੇਵ ਸਿੰਘ ਜੀ ਸਾਡੇ ਨਾਲ ਜਿਹੜੇ ਕਾਂਗਰਸ ਦੇ ਬੁਲਾ ਰਹੇ ਨੇ, ਉਹਨਾਂ ਦੇ ਕਹਿਣ ਮੁਤਾਬਕ ਨੋਟੀਫਿਕੇਸ਼ਨ ਰੈਡੀ ਹੋ ਚੁੱਕਾ ਹੈ, ਨੋਟੀਫਿਕੇਸ਼ਨ ਤਿਆਰ ਹੋ ਚੁੱਕਾ ਹੈ। ਇਹ ਕਾਰਪੋਰੇਸ਼ਨ ਇਲੈਕਸ਼ਨ ਨਿਕਲ ਜਾਣ, ਨਾਲ ਦੀ ਨਾਲ ਕਿਸਾਨਾਂ ਨੂੰ ਲਾਭ ਮਿਲੇਗਾ। ਕਿਸਾਨਾਂ ਦੀਆਂ ਲਿਸਟਾਂ ਵੀ ਬਣਨੀਆਂ ਸ਼ੁਰੂ ਹੋ ਗਈਆਂ ਨੇ। ਮੈਨੇਜਰ ਬੈਂਕਾਂ ਦੇ ਸਟਾਫ ਨੇ ਕਿਸਾਨਾਂ ਨੂੰ ਕਹਿਣਾ ਵੀ ਸ਼ੁਰੂ ਕਰ ਦਿੱਤਾ ਕਿ ਤੁਹਾਡੇ ਕਰਜ਼ੇ ਮਾਫ ਹੋ ਜਾਣਗੇ। ਹਰਪ੍ਰੀਤ ਜੀ, ਇਹ ਤੇ ਜਦੋਂ ਪਾਰਲੀਮੈਂਟ ਚੋਣ ਸੀ ਗੁਰਦਾਸਪੁਰ ਦੀ, ਉਸ ਸਮੇਂ ਇਹਨਾਂ ਨੇ ਬੜੀ ਕਾਹਲੀ ਨਾਲ ਮੀਟਿੰਗ ਬੁਲਾਈ, ਕੈਬਨਿਟ ਦੀ ਬੁਲਾਈ, ਨੋਟੀਫਿਕੇਸ਼ਨ ਦੀ ਗੱਲ ਕੀਤੀ। ਇਹਨਾਂ ਨੇ ਬਕਾਇਦਾ ਚੋਣ ਕਮਿਸ਼ਨ ਕੋਲੋਂ ਪਰਮਿਸ਼ਨ ਲਈ। ਕੀ ਕੀਤਾ ਇਹਨਾਂ ਨੇ? 11 ਅਕਤੂਬਰ ਦੀ ਇਲੈਕਸ਼ਨ ਹੋਈ ਹੈ, ਅੱਜ 2 ਮਹੀਨੇ ਲੰਘ ਗਏ, 2 ਮਹੀਨਿਆਂ 'ਚ ਇੱਕ ਕਦਮ ਵੀ ਤੁਰੇ। ਉਸ ਤੋਂ ਬਾਅਦ ਇਹ ਲਾਰੇ ਲਾਈ ਜਾਂਦੇ ਨੇ, ਵਾਅਦੇ ਕਰੀ ਜਾਂਦੇ ਨੇ। ਪਰ ਮੈਂ ਦੂਸਰੇ ਬੰਨੇ ਗੱਲ ਕਹੂੰਗਾ, 1 ਲੱਖ ਕਰੋੜ ਤੋਂ ਉੱਤੇ ਕਰਜ਼ਾ ਆ। ਜੇ 2-2.5-3 ਹਜ਼ਾਰ ਕਰੋੜ ਲੋਕਾਂ ਨੂੰ ਦੇ ਵੀ ਦੇਣਗੇ, ਕਿਸਾਨਾਂ ਨੂੰ ਦੇ ਵੀ ਦੇਣਗੇ, ਤੇ ਊਠ ਦੇ ਮੂੰਹ 'ਚ ਜੀਰਾ ਦੇਣ ਵਾਲੀ ਗੱਲ ਕਰਨਗੇ। ਔਰ ਦੂਸਰੇ ਬੰਨੇ ਕੀ ਹੈ ਕਿ ਕਿਸਾਨਾਂ ਨੇ 31 ਮਾਰਚ ਤੱਕ ਲਏ ਹੋਏ ਆਪਣੇ ਕਰਜ਼ੇ ਵਾਪਸ ਕਰਨੇ ਸੀ, ਤੇ ਕਿਸਾਨਾਂ ਨਾਲ ਵਾਅਦੇ ਕਰਕੇ ਕਿਸਾਨਾਂ ਨੇ ਵਾਪਸ ਨਹੀਂ ਕੀਤੇ, ਡਿਫਾਲਟਰ ਹੋ ਗਏ ਬੈਂਕਾਂ 'ਚੋਂ। ਤੇ ਦੂਸਰੇ ਬੰਨੇ ਜਿਹੜਾ ਉਹਨਾਂ ਤੇ ਕੋਆਪਰੇਟਿਵ ਬੈਂਕ ਦਾ ਜਿਹੜਾ ਵਿਆਜ ਲੱਗਣਾ ਸੀ 4%, ਜਦੋਂ ਕਿਸ਼ਤ ਮੋੜ ਦਿੰਦੇ ਨੇ ਉਹਨੂੰ 4% ਲੱਗਦਾ ਹੈ, ਹੁਣ ਉਹ 9.5% ਲੱਗ ਰਿਹਾ ਹੈ। ਚਲੋ ਆਪਾਂ ਰਿਐਕਸ਼ਨ ਲੈ ਲੱਗਾ ਕਿ ਸ਼ਾਇਦ ਇਹਨਾਂ ਨੇ 12% ਸਾਹਿਬ ਇੱਕ ਮਿੰਟ ਦੇ ਦਿਓ। ਇਹ ਕਿਸਾਨੀ ਤੇ ਮੈਂ ਆਂਦਾ ਤੁਹਾਡੇ ਕੋਲ, ਸੁਖਦੇਵ ਸਿੰਘ ਜੀ ਗੱਲ ਉੱਥੇ ਹੀ ਆ ਗਈ। ਫਿਰ
ਕਿ ਹੁਣ ਤੁਹਾਡੇ ਜਿਹੜੇ ਵਾਅਦੇ ਤੁਸੀਂ ਜਦੋਂ ਸਰਕਾਰ ਬਣਨ ਤੇ ਕੀਤੇ, ਉਸ ਤੋਂ ਬਾਅਦ ਇਲੈਕਸ਼ਨ ਗੁਰਦਾਸਪੁਰ ਦੇ ਉਦੋਂ ਕੀਤੇ, ਹੁਣ ਤੁਸੀਂ ਕਾਰਪੋਰੇਸ਼ਨ ਦੀ ਇਲੈਕਸ਼ਨ ਹੋਣ ਤੋਂ ਬਾਅਦ ਕਰ ਰਹੇ ਹੋ, ਆਮ ਲੋਕਾਂ ਦੇ ਨਾਲ ਕਿਸਾਨਾਂ ਦੇ ਮਨ ਦੇ ਵਿੱਚ ਵੀ ਇਹ ਚਿੰਤਾ ਜ਼ਰੂਰ ਹੈ ਕਿ ਤੁਹਾਡੇ ਲਾਰੇ ਨੇ ਜਿਹੜੇ, ਤੁਹਾਡੇ ਵਾਅਦੇ ਨੇ ਜਿਹੜੇ, ਉਹ ਵਫਾ ਕਿਉਂ ਨਹੀਂ ਹੋ ਪਾ ਰਹੇ? ਚਲੋ ਜੋ ਤਾਂ ਮੈਂ ਤੁਹਾਨੂੰ ਪਹਿਲਾਂ ਕਹਿੰਦਾ 20 ਤਰੀਕ ਨੂੰ ਸਾਰਾ ਕੁਝ ਸਾਹਮਣੇ ਆ ਜਾਣਾ, ਜੋ ਬਲਟੋਹਾ ਸਾਹਿਬ ਕਹਿੰਦੇ ਆ ਆਪਣੇ ਆਪ ਉਹਨਾਂ ਨੂੰ ਪਤਾ ਲੱਗ ਜਾਣਾ। ਜਿਹੜੀ ਦੂਜੀ ਗੱਲ ਉਹ ਕਹਿੰਦੇ ਹੈਗੇ ਵੀ ਅੱਜ ਤੱਕ ਬਲਟੋਹਾ ਸਾਹਿਬ ਮੈਨੂੰ ਇੱਕ ਗੱਲ ਦੱਸ ਦੇਣ ਵੀ ਇਹ ਸੈਂਟਰ ਦੇ ਵਿੱਚ ਭਾਈਵਾਲ ਨੇ ਸਰਕਾਰ ਦੇ ਵਿੱਚ, ਅੱਜ ਤੱਕ ਕਿੰਨੀ ਵਾਰ ਇਹ ਸੈਂਟਰ ਨੂੰ ਜਾ ਕੇ ਇਹਨਾਂ ਨੇ ਕਿਹਾ? ਇਹਨਾਂ ਦੇ ਉੱਥੇ ਬੀਬਾ ਜੀ ਵਜ਼ੀਰ ਬੈਠੇ ਨੇ ਸੈਂਟਰ 'ਚ, ਉਹਨਾਂ ਦੇ ਉਹ ਜਿਹੜੀ ਸਰਕਾਰ ਬਣਾਈ ਜਿਹਦੇ 'ਚੋਂ ਵਜ਼ੀਰ ਨੇ ਸਵਾਮੀਨਾਥਨ ਦਾ ਜੀ, ਅਸੀਂ ਜਿਹੜਾ ਹੈਗਾ ਲਾਗੂ ਕਰ ਦਾਂਗੇ 50% ਫਸਲਾਂ ਦੇ ਰੇਟ ਵੱਧ ਦਿਆ ਕਰਾਂਗੇ। ਦੂਜਾ ਜਿਹੜਾ ਹੋਰ ਜਿਹੜੀਆਂ ਵੀ ਸਹੂਲਤਾਂ ਸੀ, ਹੁਣ ਕੀ ਰਿਹਾ? ਹੁਣ ਕਹਿੰਦੇ ਜੀ ਜਿਹੜੀ ਯੂਰੀਆ ਉਹ ਵੀ ਤੁਹਾਡੇ ਖਾਤੇ 'ਚ ਆਊਗੀ, ਜਿਹੜਾ ਉਹਦੇ ਸਬਸਿਡੀ ਹੈ, ਔਰ ਕਿਸਾਨਾਂ ਦੇ ਟਰੈਕਟਰ ਤੇ ਵੀ ਅਸੀਂ ਉਹ ਲਾ ਦੇਣਾ। ਉਧਰ ਨੂੰ ਤਾਂ ਇਹ ਕਦੇ ਜਾ ਕੇ ਕਹਿੰਦੇ ਨਹੀਂ। ਬਾਕੀ ਜਿਹੜੀ ਗੱਲ ਹੋਣ ਵਾਲੀ ਹੈ, ਜਿੱਥੇ ਹੋ ਰਹੀ ਹੈ, ਉਹਨੂੰ ਇਹ ਕਹਿੰਦੇ ਹੋਣਾ ਨਹੀਂ। ਇਸ ਕਰਕੇ ਉਹ ਆਪਣੀ ਰਾਜਨੀਤੀ ਕਰ ਰਹੇ ਹਨ, ਉਹਨੂੰ ਰਾਜਨੀਤੀ ਕਰਨੀ ਚਾਹੀਦੀ ਹੈ, ਪਰ ਇਹ ਗੱਲ ਬਿਲਕੁਲ ਸਪਸ਼ਟ ਇਹ ਦਿਨ ਅੱਛਾ ਚਲੋ ਮੈਂ ਇੱਕ ਗੱਲ 'ਚ ਹੋਰ ਵਾਧਾ ਕਰੋ, ਇਹ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਕਿ ਪਹਿਲਾਂ 10.25 ਲੱਖ ਪਰਿਵਾਰਾਂ ਦਾ ਹੋਣਾ ਸੀ, ਹੁਣ ਉਹ ਘੱਟ ਕੇ ਦਾਇਰਾ 6 ਤੋਂ 7 ਲੱਖ ਦੇ ਵਿੱਚ ਹੋ ਗਿਆ? ਜਦੋਂ ਨਾ ਕੋਈ ਸਕੀਮ ਆਉਂਦੀ ਹੈ ਜਾਂ ਜਦੋਂ ਕੋਈ ਕੰਮ ਹੁੰਦਾ ਹੈ, ਉਹਦੇ ਵਿੱਚ ਹਰ ਇੱਕ ਜਿਹੜਾ ਮਾਹਰ ਹੈ ਉਹਦੇ ਆਪਣੇ ਤਰੀਕੇ ਨਾਲ ਉਹਦੀ ਐਨਾਲਿਸਿਸ ਹੁੰਦੀ ਹੈ। ਸਾਡਾ ਐਨਾਲਿਸਿਸ ਤਾਂ ਇਹ ਹੈ ਵੀ 10.25 ਲੱਖ ਪਰਿਵਾਰਾਂ ਨੂੰ ਅਸੀਂ ਕਰ ਰਹੇ ਹਾਂ, ਠੀਕ ਹੈ। ਹੁਣ ਕੋਈ ਐਨਾਲਿਸਿਸ ਆਇਆ ਕਿਸੇ ਅਖਬਾਰ ਦੇ ਵਿੱਚ, ਉਹਨੂੰ ਆਪਾਂ ਬੇਸ ਬਣਾ ਕੇ ਕਰ ਲੈਂਦੇ ਹਾਂ, ਕਿਸੇ ਅਖਬਾਰ ਦੇ ਵਿੱਚ ਕੋਈ ਹੋਰ ਆ ਜਾਣਾ। ਇਸ ਕਰਕੇ ਉਹ ਜਿਹੜੇ ਐਨਾਲਿਸਿਸ ਆ ਉਹ ਅੱਡ ਮਾਹਰਾਂ ਦੇ ਹੁੰਦੇ ਨੇ, ਅੱਡ ਆਪਣੇ ਤਰੀਕੇ ਨਾਲ ਕਰਦੇ ਨੇ, ਔਰ ਉਹਦੇ ਵਿੱਚ ਜੋ ਸਰਕਾਰ ਨੇ ਵਾਅਦਾ ਕੀਤਾ ਸੀ, ਜੋ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ, ਔਰ ਉਹ ਜਿਹੜਾ ਹੈਗਾ ਪੂਰਾ ਹੋ ਕੇ ਰਹੂਗਾ। ਨਹੀਂ ਬੂਟਾ ਸਿੰਘ, ਮੈਂ ਬੂਟਾ ਸਿੰਘ ਤੋਂ ਵੀ ਜਾਣਨਾ ਚਾਹਾਂਗਾ। ਸੁਖਦੇਵ ਸਿੰਘ ਜੀ, ਮੇਰੀ ਗੱਲ ਦਾ ਮਤਲਬ ਇਹ ਹੈ ਕਿ ਹੁਣ ਇੱਕ ਸੰਯੁਕਤ ਪਰਿਵਾਰ ਹੈ ਜਿਹਦੇ 4 ਮੁੰਡੇ ਨੇ, ਚਾਰਾਂ ਦੇ 5-5 ਏਕੜ ਜ਼ਮੀਨ ਹੈ। ਹੁਣ ਉਹਨਾਂ ਦਾ ਕਰਜ਼ਾ ਮਾਫ ਨਹੀਂ ਹੋਏਗਾ ਕਿਉਂਕਿ ਜਿਹੜਾ ਲੋਨ ਮਿਲਿਆ ਉਹ 20 ਏਕੜ ਤੇ ਮਿਲਿਆ। ਹੁਣ ਉਸ ਕਿਸਾਨ ਨੂੰ ਕੋਈ ਫਾਇਦਾ ਨਹੀਂ ਹੋਵੇਗਾ, ਇਹ ਸਪਸ਼ਟ ਹੈ? ਨਹੀਂ, ਇਹ ਦੇਖੋ, ਹਾਂ, ਜਿਹੜੀ ਜੇ 20 ਏਕੜ ਜ਼ਮੀਨ ਕਿਸੇ ਇੱਕ ਦੇ ਨਾਂ ਤੇ ਆ ਤਾਂ ਉਹ ਤਾਂ ਨਹੀਂ ਹੋਣਾ। ਭਾਵੇਂ ਉਹਦੇ 4 ਮੁੰਡੇ ਨੇ, 6 ਨੇ, 10 ਉਹ ਤਾਂ ਦੇਖੋ ਉਹ ਨਹੀਂ, ਉਹ ਤਾਂ ਨਹੀਂ। ਦੇਖੋ ਜਿਹੜੀ ਗੱਲ ਸਪਸ਼ਟ ਆ ਉਹ ਤਾਂ ਜੋ ਨੋਟੀਫਿਕੇਸ਼ਨ ਦੇ ਮੁਤਾਬਕ ਉਹ ਤਾਂ ਨਹੀਂ ਹੋਣਾ। ਜੇ ਸਾਂਝੇ ਕੋਈ ਘਰ ਦੇ ਵਿੱਚ ਰਹਿੰਦਾ ਹੈ ਉਹ ਤਾਂ ਨਹੀਂ ਹੋਣਾ, ਉਹ ਤਾਂ 20 ਏਕੜ ਜ਼ਮੀਨ ਹੈ। ਹਾਂਜੀ ਬੂਟਾ ਸਿੰਘ, ਜੇ ਕਿਸੇ ਨੇ ਡਿਵਾਈਡ ਕੀਤੀ ਵੀ ਉਹਦਾ ਕੋਈ ਰੌਲਾ। 10.25 ਲੱਖ ਕਹਿ ਰਹੇ ਨੇ ਔਰ 10.25 ਲੱਖ ਪਰਿਵਾਰਾਂ ਨੂੰ ਹੀ ਫਾਇਦਾ ਪਹੁੰਚੇਗਾ ਹਾਲੇ ਤੱਕ? ਬਿਲਕੁਲ ਨਹੀਂ ਜੀ। ਇਹ ਕਾਂਗਰਸ ਪਾਰਟੀ, ਮੈਂ ਤਾਂ ਕਹਿੰਦਾ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਸੀਗੇ ਕਿਸਾਨਾਂ ਨਾਲ, ਉੱਥੋਂ ਭਗੌੜੀ ਆ ਕਲੀਅਰ। ਇਲੈਕਸ਼ਨ ਤੋਂ ਪਹਿਲਾਂ ਕੀ ਸੀ, ਫਿਰ 10.25 ਇਹ ਵਿਧਾਨ ਸਭਾ ਦੀ ਹੈਗੀ ਆ ਫਿਗਰ। ਮਹਾਰਾਜਾ ਸਾਹਿਬ ਨੇ ਬੋਲਦੇ ਹੋਏ ਇਹ ਸਟੇਟਮੈਂਟ ਕੀ ਸੀਗੀ। ਉਦੋਂ ਬਾਅਦ ਜੇ 6-7 ਲੱਖ ਪਰਿਵਾਰ ਦੀ ਗੱਲ ਆ ਰਹੀ ਆ, ਇਹ ਮਨਪ੍ਰੀਤ ਸਾਹਿਬ ਆਪ ਕਿਸੇ ਮੈਂ ਉਹਨਾਂ ਦੇ ਆਪ ਕੰਨੀ ਸੁਣਿਆ ਵਾ, ਉਹਨਾਂ ਨੇ ਚੈਨਲ ਨੂੰ ਸੰਬੋਧਨ ਕਰਦੇ ਹੋਏ ਕਿਹਾ ਵਾ। ਦੇਖੋ, ਇਹਨਾਂ ਨੂੰ ਪਹਿਲਾਂ ਤਾਂ ਪ੍ਰਸ਼ਾਂਤ ਕਿਸ਼ੋਰ ਇਹਨਾਂ ਤੋਂ ਘਵਾਈ ਗਿਆ ਕਿਉਂਕਿ 10 ਸਾਲਾਂ ਤੋਂ ਇਹ ਪਾਸੇ ਹੋਏ ਬੈਠੇ ਸੀ, ਇਹਨਾਂ ਦਾ ਜੀਣਾ ਦੁੱਬਰ ਹੋਇਆ ਪਿਆ ਸੀ। ਪ੍ਰਸ਼ਾਂਤ ਕਿਸ਼ੋਰ ਨੇ ਜਿਹੜਾ ਕੁਝ ਕਹਾਉਣਾ ਸੀ ਉਹ ਕਹਾ ਗਿਆ, ਫਿਰ ਮਹਾਰਾਜੇ ਤੋਂ ਕਹਾਇਆ ਗਿਆ ਵੀ ਇਹ ਸਟੇਟਮੈਂਟ ਦੇ ਵਿਧਾਨ ਸਭਾ ਦੇ ਅੰਦਰ, ਫਿਰ ਮਨਪ੍ਰੀਤ ਤੋਂ ਕਹਾਰਿਆ। ਇਹਨਾਂ ਦੇ ਕੋਈ ਰਿਸਪੌਂਸਿਬਿਲਟੀ ਵਾਲੀ ਕਾਂਗਰਸ ਦੀ ਕੋਈ ਗੱਲ ਨਹੀਂ, ਸਰਕਾਰ ਦੀ ਸਿਰਫ ਤੇ ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਆ, ਵਾਅਦਿਆਂ ਤੋਂ ਭੱਜ ਰਹੀ ਆ। ਕੋਈ ਵੀ ਅੱਜ ਤੱਕ ਦਾ ਮੈਨੂੰ ਇਹ ਵਾਅਦਾ, ਜਿਹੜੇ ਅੱਜ 9 ਮਹੀਨੇ ਹੋ ਗਏ ਐਗਜ਼ੈਕਟ, ਕੋਈ ਵੀ ਵਾਅਦਾ ਇਹਨਾਂ ਨੇ ਪੂਰਾ ਨਹੀਂ ਕੀਤਾ, ਸਿਵਾਏ ਲੋਕਾਂ ਤੇ ਭਾਰ ਪਾਉਣ ਦੇ ਮਤਲਬ ਤੋਂ ਬਿਨਾਂ ਹੋਰ ਕੁਝ ਨਹੀਂ ਇਹਨਾਂ ਨੇ ਕੀਤਾ। ਹਾਂਜੀ ਪ੍ਰੋਫੈਸਰ, ਜਦੋਂ ਲੈਂਡ ਫਾਰਮ ਲਾਗੂ ਹੋਏ ਸੀ ਤੇ ਉਹਦੇ ਵਿੱਚ ਜਿਹੜੀ ਇੱਕ ਪਰਿਵਾਰ ਦੀ ਡੈਫੀਨੇਸ਼ਨ ਸੀ ਉਹ ਇਹ ਸੀ ਕਿ ਹਸਬੈਂਡ ਵਾਈਫ ਤੇ ਜਿਹੜੇ ਉਹਨਾਂ ਦੇ ਮਾਈਨਰ ਬੱਚੇ ਆ, ਪਰ ਜੇ ਕੋਈ ਉੱਥੇ 18 ਸਾਲ ਤੋਂ ਉੱਪਰ ਅਡਲਟ ਸੀ ਤੇ ਉਹਨੂੰ ਬਰਾਬਰ ਦਾ ਯੂਨਿਟ 18 ਏਕੜ ਦਾ ਮਿਲ ਗਿਆ ਸੀਗਾ। ਮੈਨੂੰ ਲੱਗਦਾ ਕਿ ਜੇ ਤੁਹਾਡੇ ਕੋਲ ਪੈਸੇ ਹੁਣ ਜਿਸ ਹਿਸਾਬ ਨਾਲ ਇਹ ਬਚਦੇ ਲੱਗਦੇ ਆ, ਕਿਉਂਕਿ ਤੁਸੀਂ 10 ਲੱਖ ਕਿਸਾਨਾਂ ਦਾ ਫਾਇਦਾ ਕਰਨਾ ਸੀ, ਪਰਿਵਾਰਾਂ ਦਾ ਫਾਇਦਾ ਕਰਨਾ ਸੀਗਾ, ਤੇ ਉਹਦੇ ਚੋਂ ਪੈਸੇ ਨੈਚੁਰਲੀ ਜੇ 7 ਲੱਖਾਂ ਤੇ ਆ ਕੇ ਗੱਲ 7 ਲੱਖ ਤੇ ਆ ਕੇ ਰੁਕ ਜਾਂਦੀ ਹੈ ਤੇ ਪੈਸੇ ਕੁਝ ਬਚਣਗੇ ਵੀ 9,000 ਕਰੋੜ ਚੋਂ, ਜਿਹੜਾ 9,500 ਕਰੋੜ ਤੋਂ ਬਚਣਗੇ। ਉਹ ਪੈਸੇ ਮੇਰਾ ਖਿਆਲ ਹੈ ਕਿ ਦੁਬਾਰਾ ਤਰਮੀਮ ਕਰਕੇ ਜਿਨ੍ਹਾਂ ਦੇ ਮੁਸ਼ਤਰਕੇ ਖਾਤੇ ਆ ਉਹਨਾਂ ਚ ਵੰਡਣਾ ਚਾਹੀਦਾ ਹੈ, ਕਿਉਂਕਿ ਹਾਊਸ ਹੋਲਡ ਦੀ ਡੈਫੀਨੇਸ਼ਨ ਹੋ ਰਿਹਾ, ਖਾਤਿਆਂ ਦੀ ਗੱਲ ਹੋ ਰਿਹਾ। ਕਈ ਵਾਰੀ ਬਾਹਰ ਜ਼ਮੀਨ ਇਕੱਠੀ ਹੁੰਦੀ ਆ, ਘਰ ਜਿਹੜੇ ਉਹ ਅਲੱਗ-ਅਲੱਗ ਕੰਮ ਕਰਦੇ ਆ, ਉੱਥੇ ਸਾਂਝਾ ਚੁੱਲ੍ਹਾ ਨਹੀਂ ਹੁੰਦਾ। ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਪੈਸਾ ਜਿਹੜਾ ਇੱਕ ਵਾਰੀ ਆਪਾਂ ਲੋਕਾਂ ਨੂੰ ਵਿਸ਼ਵਾਸ ਦਿਵਾਇਆ, ਘੱਟੋ ਘੱਟ ਉਹਨਾਂ ਨੂੰ ਜੇ ਉਹਨਾਂ ਦਾ ਸਾਂਝਾ ਖਾਤਾ ਦੇ, ਕੋਈ ਮਾੜੀ ਗੱਲ ਨਹੀਂ ਹੈਗੀ, ਸਗੋਂ ਚੰਗਾ ਹੈ ਕਿ ਖੇਤੀ ਲਈ ਲੋਕਾਂ ਨੇ ਉਹਨਾਂ ਨੇ ਕੀਤਾ ਆ, ਪਰ ਉਹਨਾਂ ਨੂੰ ਇਸ ਗੱਲ ਦਾ ਕੋਈ ਸਜ਼ਾ ਨਹੀਂ ਮਿਲਣੀ ਚਾਹੀਦੀ ਕਿਉਂਕਿ ਤੁਹਾਡਾ ਖਾਤਾ ਸਾਂਝਾ ਹੈ, ਇਸ ਕਰਕੇ ਤੁਸੀਂ 5 ਏਕੜ 'ਚ ਨਹੀਂ ਆਉਂਦੇ। ਇਹਦੀ ਕੋਈ ਸਕੀਮ ਜਿਹੜੀ ਗਵਰਨਮੈਂਟ ਨੂੰ ਜ਼ਰੂਰ ਸੋਚਣੀ ਚਾਹੀਦੀ। ਠੀਕ ਹੈ ਵਲਟੋਆ ਸਾਹਿਬ, ਇੱਕ ਗੱਲ ਹੋਰ ਮੈਂ ਤੁਹਾਡੇ ਤੋਂ ਜਾਣਨਾ ਚਾਹਨਾ,
ਜਿਵੇਂ ਕਾਂਗਰਸ ਬੁਲਾਰਾ ਕਹਿ ਰਹੇ ਨੇ ਕਿ ਰਾਈਟ ਟੂ ਸਰਵਿਸ ਐਕਟ 2011 ਉਹਦੇ ਵਿੱਚ ਇਹਨਾਂ ਨੇ ਇੱਕ ਸਰਵਿਸ ਐਡ ਆਨ ਕੀਤੀ ਹੈ। ਜੇ ਕਿਸਾਨ ਨੂੰ ਪਮਾਇਸ਼ ਕਰਨ ਦੇ ਲਈ ਧੱਕੇ ਖਾਣੇ ਪੈਂਦੇ ਸੀ, ਜਿੱਥੇ ਹੁਣ ਛੋਟੀ ਜਿਹੀ ਫੀਸ ਦੇ ਕੇ ਜੇਕਰ ਉਹ ਆਪਣਾ ਕੰਮ ਬੜੇ ਸੌਖੇ ਤਰੀਕੇ ਨਾਲ ਕਰਾ ਦਿੰਦਾ, ਜਵਾਬਦੇਹੀ ਹੋਏਗੀ ਹੁਣ ਮੁਲਾਜ਼ਮਾਂ ਦੀ, ਤਾਂ ਇਸ ਦੇ ਵਿੱਚ ਹਰਜ ਕੀ ਹੈ? ਹਰਪ੍ਰੀਤ ਜੀ, ਜਿਹੜੀ ਨਿਸ਼ਾਨਦੇਹੀ ਆ ਇਹ ਪਹਿਲੋਂ ਵੀ ਜਿਹੜਾ ਰੈਵਨਿਊ ਡਿਪਾਰਟਮੈਂਟ ਆ ਬਕਾਇਦਾ ਕਰਦਾ ਆ। ਉਹਦੀ ਨਾਇਬ ਤਹਿਸੀਲਦਾਰ ਤੇ ਜਾ ਕੇ ਦਰਖਾਸਤ ਦੇਣੀ ਹੈ, ਕਾਨੂੰਗੋ ਨੇ ਜਾ ਕੇ ਉਹਦੀ ਭੈਮਾਇਸ਼ ਕਰ ਦੇਣੀ ਹੈ। ਪਰ ਕਿਉਂਕਿ ਜਿਹੜੀ ਭੈਮਾਇਸ਼ ਆਮ ਕਰਕੇ ਹਾੜੀ ਦੇ ਸੀਜ਼ਨ ਤੋਂ ਬਾਅਦ ਹੁੰਦੀ, ਜਦੋਂ ਪੈਲੀਆਂ ਵਿਹਲੀਆਂ ਹੁੰਦੀਆਂ ਨੇ, ਉਦੋਂ ਹੁੰਦੀ ਜ਼ਿਆਦਾਤਰ। ਤੇ ਉਦੋਂ ਕਿਉਂਕਿ ਕਾਨੂੰਗੋ ਇੱਕ ਸਰਕਲ 'ਚ ਇੱਕ ਹੁੰਦਾ, ਕਈਆਂ ਕੋਲੇ 2-2 ਸਰਕਲ ਵੀ ਹੁੰਦੇ, ਟਾਈਮ ਇਹਨਾਂ ਕੋਲੇ ਘੱਟ ਹੁੰਦਾ ਹੈ। ਉਹ ਚੱਲਣਾ ਪ੍ਰੋਸੀਜਰ ਉਹੀ ਹੈ, ਪਰ ਕਿਉਂਕਿ ਪੈਸਾ ਇਕੱਠਾ ਕਰਨਾ ਚਾਹੁੰਦੇ ਨੇ, ਕਿਸੇ ਵੀ ਤਰੀਕੇ ਨਾਲ ਕਰਨਾ ਪੈ ਜਾਵੇ ਕਿ ਇਹਦੇ ਉੱਤੇ ਬੋਝ ਪੈਂਦਾ, ਇਹਨਾਂ ਨੂੰ ਇਹਦੇ ਨਾਲ ਕੋਈ ਲੈਣ ਦੇਣ ਨਹੀਂ। ਇਹ ਪਹਿਲੀ ਵਾਰ ਸੁਣਿਆ, ਕਿਉਂਕਿ ਕਿਸਾਨ ਵਿਚਾਰਾ ਕਦੀ ਵੱਟ ਦੀ ਨਿਸ਼ਾਨਦੇਹੀ ਕਰਾਉਣੀ ਪੈਂਦੀ ਹੈ, ਕਦੀ ਖਾਲ ਦੀ ਨਿਸ਼ਾਨਦੇਹੀ ਕਰਾਉਣੀ ਪੈਂਦੀ ਹੈ, ਕਦੀ ਰਾਹ ਦੀ ਨਿਸ਼ਾਨਦੇਹੀ ਕਰਾਉਣੀ ਪੈਂਦੀ, ਕਦੀ ਨੁੱਕਰ ਦੀ ਕਰਾਉਣੀ ਪੈਂਦੀ ਹੈ। ਤੇ ਹੁਣ ਘੱਟੋ ਘੱਟ ਜਾ ਕੇ ਉਹਨੂੰ ਜਿਹੜੀ ਇਹਨਾਂ ਨੇ ਮਿਥੀ ਹੋਈ ਫੀਸ ਹੈ 500 ਤੋਂ ਲੈ ਕੇ 5000 ਰੁਪਏ ਤੱਕ ਪਹਿਲੇ ਉਹਨੂੰ ਜੇਬ 'ਚੋਂ ਦੇਣਾ ਪਊਗਾ, ਜਿਹੜੀ ਕਿ ਅੱਗੇ ਉਹਦੀ ਮੁਫਤ ਹੁੰਦੀ ਸੀ। ਤੇ ਇਹ ਬੋਝ ਕਿਤੇ ਪਿਆ? ਕਿਸਾਨ ਤੇ ਪਿਆ ਨਾ। ਤੇ ਕਿਸਾਨ ਕਿੱਡਾ ਕੁ ਖੁਸ਼ਹਾਲ ਹੈ ਕਿ ਜਿਹਨੂੰ ਤੁਸੀਂ ਐਵੇਂ ਝੂਠ ਬੋਲ ਕੇ ਜੀ ਇਹ ਆਰਟੀਆਈ ਦੇ ਤਹਿਤ ਆ ਜਾਊਗਾ ਜੀ, ਇਹ ਫਲਾਣ ਆ ਜਾਊਗਾ, ਢੀਂਗ ਆ ਜਾਊਗਾ, ਕਿਉਂ ਤੁਸੀਂ ਕਹੋ, ਸਿੱਧੀ ਗੱਲ ਠੋਕ ਕੇ ਕਹੋ ਕਿ ਜੱਟਾ ਤੈਨੂੰ ਬਖਸ਼ਣਾ ਨਹੀਂ, ਤੇਰੀ ਜੇਬ ਚੋਂ ਕੱਢਣਾ ਹੀ ਕੱਢਣਾ ਆ। ਤੁਸੀਂ ਤੇ ਆਰਡੀਐਫ ਲਾਤਾ, 1% ਵਧਾਤਾ, ਮਾਰਕੀਟ ਫੀਸ 1% ਵਧਾਤੀ ਕਿਸਾਨ ਦੀ, ਉਹ ਕਿਹਦੀ ਜੇਬ ਚੋਂ ਜਾਣਾ ਹੈ? ਉਹ ਕਿਸਾਨ ਦੀ ਜੇਬ ਚੋਂ ਜਾਣਾ ਨਾ। ਤੇ ਪਿੰਡਾਂ 'ਚ ਤੁਸੀਂ ਜਿਹੜਾ 10% ਜਿਹੜਾ ਬਿਜਲੀ ਦੇ ਰੇਟ ਵਧਾ ਦਿੱਤੇ ਆ, ਉਹ ਕਿਹਦੇ ਉੱਤੇ ਪੈਣੇ ਆ? ਉਹ 'ਚ ਵਿਚਾਰਾ ਗਰੀਬ ਵੀ ਆਉਣਾ, ਉਹ 'ਚ ਕਿਸਾਨ ਵੀ ਆਉਣਾ, ਕਿਸਾਨ ਵੀ ਗਰੀਬ ਹੈ। ਤੇ 10% ਤੁਸੀਂ ਵਧਾਤੇ, ਇਕੱਲੇ 1 ਨਵੰਬਰ ਤੋਂ ਵਧਾਏ ਨਹੀਂ ਗਏ, ਤੁਸੀਂ 1 ਮਾਰਚ ਤੋਂ 1 ਅਪ੍ਰੈਲ ਤੋਂ ਲਾਗੂ ਕਰਤੇ, ਉਹ ਕਿਹਦੇ ਤੇ ਬੋਝ ਪੈਣਾ? ਤੁਸੀਂ ਤਾਂ ਕੁਝ ਬਖਸ਼ੇ ਕੱਖ ਨਹੀਂ। ਮੇਰਾ ਖਿਆਲ ਹੁਣ ਕੁੱਤਾ ਬਿੱਲੀ ਟੈਕਸ ਜਿਹਦਾ ਚਰਚਾ ਵੀ ਹੋਇਆ ਸੀ, ਜਿਹਦੀ ਨੋਟੀਫਿਕੇਸ਼ਨ ਵੀ ਤਿਆਰ ਹੋਈ ਸੀ, ਬਸ ਉਹੀ ਰਹਿ ਗਿਆ। ਤੁਸੀਂ ਆਰਡੀਐਫ ਵਧਾਤਾ, ਮਾਰਕੀਟ ਫੀਸ ਵਧਾਤੀ, ਔਰ ਜਿਹੜੇ ਸ਼ਹਿਰਾਂ 'ਚ ਪਾਣੀ ਤੇ ਸੀਵਰੇਜ ਦੇ ਕਨੈਕਸ਼ਨ ਅੱਗੇ ਮਿਲਦੇ ਸੀ, ਉਹ 5-6 ਗੁਣਾ ਰੇਟ ਤੇ ਵਧਾਤੇ। ਕਲੋਨੀਆਂ ਜਿਹੜੀਆਂ ਡਿਵੈਲਪਮੈਂਟ ਹੁੰਦੀਆਂ ਸੀ, ਡਿਵੈਲਪਰ EDC ਚਾਰਜ ਜਿਹੜੇ ਆ ਉਹ 35 ਲੱਖ ਤੋਂ ਪ੍ਰਤੀ ਏਕੜ 85 ਲੱਖ ਕਰਤਾ। ਤੇ ਸ਼ਹਿਰਾਂ 'ਚ 12% ਬਿਜਲੀ ਦੇ ਰੇਟ ਵਧਾਤੇ, 2% ਤੁਸੀਂ ਸੈਸ ਲਾਤਾ, ਤੇ 10% ਤੁਸੀਂ ਟੋਟਲ ਪੰਜਾਬ 'ਚ। ਚਲੋ ਆਪਾਂ ਜਵਾਬ ਲੈ ਲਈਏ, ਜਵਾਬ ਲੈ ਲੈਣੇ ਆ। ਵਲਟੋਆ ਸਾਹਿਬ ਜਵਾਬ ਲੈ ਲਈਏ। ਸੁਖਦੇਵ ਸਿੰਘ ਜੀ, ਜਿਹੜੀ ਮੈਂ ਗੱਲ ਪਹਿਲਾਂ ਕੀਤੀ ਸੀ, ਡਾਇਰੈਕਟ ਇਨਡਾਇਰੈਕਟ ਤਰੀਕੇ ਨਾਲ ਹੁਣ ਤੁਸੀਂ ਪੈਸੇ ਇਕੱਠੇ 200% ਬਿਜਲੀ ਦਾ ਨੂੰ ਗਰੀਬ ਨੂੰ ਮਾਫ ਸੀ, ਤੇ ਕਹਿ ਦਿੱਤਾ ਜੇ 300 ਯੂਨਿਟ ਬਿਜਲੀ ਦਾ ਹੋ ਜਾਊਗਾ ਤੇ ਉਹਦੀ ਸਕੀਮ ਵਾਪਸ। ਤੁਸੀਂ ਬਖਸ਼ਿਆ ਕਿਹਨੂੰ ਹੈ? ਕੋਈ ਦੱਸੋ ਤੁਸੀਂ। ਚਲੋ ਜਵਾਬ ਲੈ ਲੈ। ਹਾਂਜੀ ਹੁਣ ਕੁੱਤਾ ਬਿੱਲੀ ਟੈਕਸ ਐਵੇਂ ਰੱਖ ਲਓ ਵੀ ਆਉਣਾ ਹੀ ਆਉਣਾ। ਬੀਬੀ ਜਿਹੜੇ ਸੈਸਾਂ ਦੀ ਗੱਲ ਕੀਤੀ, ਜਿਹੜੇ ਟੈਕਸਾਂ ਦੀ ਗੱਲ ਕੀਤੀ, ਮੰਡੀ ਫੀਸ ਦੀ ਗੱਲ ਕੀਤੀ, ਆਰਐਫ ਦੀ ਕੀਤੀ ਇਹਨਾਂ ਨੇ ਗੱਲ, ਉਹਨਾਂ ਦਾ ਕੋਈ ਜਵਾਬ ਹੈ? ਦੇਖੋ, ਮੈਂ ਤੁਹਾਨੂੰ ਪਹਿਲਾਂ ਤਾਂ ਉਹ ਪੈਸੇ ਤਾਂ ਕਿਸਾਨਾਂ ਤੋਂ ਹੀ ਜਾਣੇ ਆ। ਮੈਂ ਉਹ ਗੱਲ ਇੱਕ ਤਾਂ ਪਹਿਲਾਂ ਹੁਣ ਇਹ ਕਹਿ ਕੇ ਗਏ ਆ ਵੀ ਜਿਹੜਾ 300 ਯੂਨਿਟ ਤੋਂ ਵੱਧ ਜਾਊਗਾ, ਇਹ ਨਹੀਂ। ਉਹ ਲੋਡ ਜ਼ਰੂਰ ਕੀਤਾ ਵੀ ਜਿਸ ਬੰਦੇ ਦੇ ਘਰ ਦੇ ਵਿੱਚ 2 AC ਲੱਗੇ ਆ, ਉਹਨੂੰ ਜੇ ਬਿਜਲੀ ਮਾਫ, ਮੇਰੇ ਹਿਸਾਬ ਨਾਲ ਉਹਨੂੰ ਆਪਾਂ ਗਿਣੀਏ ਵੀ ਉਹਨੂੰ ਬਿਜਲੀ ਮਾਫ ਹੋਣੀ ਚਾਹੀਦੀ, ਨਹੀਂ ਹੋਣੀ ਚਾਹੀਦੀ, ਉਹਦੇ ਵਿੱਚ ਜ਼ਰੂਰ ਕੀਤਾ ਵੀ ਜਿਹਦਾ ਲੋਡ ਬਹੁਤ ਜ਼ਿਆਦਾ। ਹਰਪ੍ਰੀਤ ਜੀ ਨਹੀਂ ਜੀ, ਸਪੈਸੀਫਿਕ ਲੋਡ ਕਿ ਆਪਾਂ ਮਾਫੀ ਦੇਣੀ ਹੈ, ਉਸ ਤੋਂ ਬਾਅਦ ਜਿਹੜਾ ਲੋਡ ਵੱਧਦਾ ਐਸੀ ਪਰਿਵਾਰਾਂ ਵਾਸਤੇ। ਅਸੀਂ ਤਾਂ ਮੈਂ ਬੋਲਿਆ ਨਹੀਂ ਬਲਟੋਆ ਸਾਹਿਬ, ਤੁਸੀਂ ਹੁਣ ਸੁਣ ਲਓ। ਉਹਨਾਂ ਦਾ ਜੇ ਸਾਲਾਨਾ 3000 ਯੂਨਿਟ ਤੋਂ ਉੱਤੇ ਚੱਲ ਜਾਂਦਾ ਆ, ਤੁਸੀਂ ਉਹ ਸਕੀਮ ਚੋਂ ਬਾਹਰ ਹੋ ਜਾਣਗੇ। ਤੁਸੀਂ ਸੁਣ ਲਓ ਗੱਲ ਨੂੰ। ਉਸ ਤੋਂ ਬਾਅਦ ਇਹ ਜਿਹੜਾ ਹੈਗਾ ਇਹ ਐਡ ਕੀਤਾ ਹੈ। ਬਾਕੀ ਜਿਹੜੀ ਤੁਹਾਨੂੰ ਮੈਂ ਪਹਿਲਾਂ ਗੱਲ ਬਲਟੋਹਾ ਸਾਹਿਬ ਦੀ ਗੱਲ ਦਾ ਜਿਹੜਾ ਸੀਗਾ, ਬਲਟੋਹਾ ਸਾਹਿਬ ਉਦੋਂ ਇਸ ਡਿਬੇਟ ਦੇ ਵਿੱਚ ਹੈ ਨਹੀਂ ਸੀ, ਮੈਂ ਤੁਹਾਨੂੰ ਜਵਾਬ ਦੇ ਚੁੱਕਿਆ ਵੀ ਇਹ ਜਿਹੜਾ ਮਾਮਲਾ ਹੈ, ਜਦੋਂ ਇਹਨਾਂ ਨੇ ਲੋਨ ਮਾਫ ਕਰਾਇਆ, ਸਾਡਾ ਜਿਹੜਾ APDRP ਸਕੀਮ ਦੇ ਥਰੂ ਸਾਨੂੰ ਮਿਲਦਾ ਸੈਂਟਰ ਗਵਰਨਮੈਂਟ ਤੋਂ, ਜਿਹੜੀਆਂ ਕਿ ਅਸੀਂ ਵੱਖ-ਵੱਖ ਲਾਈਨਾਂ ਕੀਤੀਆਂ ਨੇ, ਸ਼ਹਿਰੀ ਫੀਡਰ ਅੱਡ ਕੀਤੇ ਆ, ਖੇਤੀ ਵਾਲੇ ਅੱਡ ਕੀਤੇ ਆ, ਔਰ ਉਹਦੇ ਵਾਸਤੇ ਜਿਹੜਾ ਸਾਨੂੰ ਸਾਲ ਦਾ 500 ਕਰੋੜ ਰੁਪਈਆ ਵਿਆਜ ਪੈਂਦਾ ਸੀ, ਉਹ ਸਵੈਪ ਕਰਕੇ ਇਹਨਾਂ ਨੇ ਇਹ ਲਿਖ ਕੇ ਰਾਈਟਿੰਗ ਦੇ ਕੇ ਆਏ ਹੋਏ ਨੇ ਵੀ ਅਸੀਂ ਤਾਂ ਜੀ 500 ਕਰੋੜ ਰੁਪਈਆ ਤਾਂ ਮਾਫ ਹੋਊਗਾ ਵੀ ਜੇ 5% ਉਹ ਵਧਾਉਂਗੇ। ਔਰ ਅਪ੍ਰੈਲ ਤੋਂ ਉਹ ਤਾਂ ਵਧਿਆ ਕਿਉਂਕਿ ਰੈਗੂਲੇਟਰ ਕਮਿਸ਼ਨ ਦੀ ਆਰਡਰ ਸੀਗੇ ਵੀ ਪਿਛਲਾ ਰੈਗੂਲੇਟਰ ਕਮਿਸ਼ਨ ਕਰਕੇ ਨਹੀਂ ਗਿਆ, ਉਹ ਆਪਣਾ ਕੰਮ ਛੱਡ ਕੇ ਰਿਜ਼ਾਈਨ ਕਰਕੇ ਚਲਾ ਗਿਆ। ਅੱਛਾ, ਚਲੋ ਉਹਨਾਂ ਨੇ ਇਹ ਵੀ ਕਿਹਾ ਸੀ, ਉਹਨਾਂ ਨੇ ਇਹ ਵੀ ਕਿਹਾ ਸੀ ਕਿ 2% ਮਿਊਨਿਸਪਲ ਕਾਰਪੋਰੇਸ਼ਨ ਦੇ ਜਿਹੜੇ ਲੋਕ ਨੇ ਉਹ ਸੈਸ ਵੀ ਲਗਾ ਦਿਓ ਉਹਨਾਂ ਦੇ ਉੱਤੇ। ਦੇਖੋ, ਸੈਸ ਜਿਹੜੇ ਸਾਨੂੰ, ਅਸੀਂ ਜੇ ਮਿਊਨਿਸਪੈਲਿਟੀ ਵਿੱਚ ਕੁਝ ਸਹੂਲਤਾਂ ਦੇਣੀਆਂ ਨੇ, ਉਹਦੇ ਵਾਸਤੇ ਸਾਨੂੰ ਥੋੜਾ ਬਹੁਤ ਜੇ ਰਿਸੋਰਸਸ ਦੀ ਸ਼ਾਰਟ
ਮੰਨੋ ਤਾਂ ਸਹੀ ਨਾ, ਰਿਸੋਰਸਸ ਦੀ ਘਾਟ ਹੈ, ਉਹ ਅਸੀਂ ਕਰ ਰਹੇ ਹਾਂ, ਬਟ ਅਸੀਂ ਕਿਸੇ ਤਰ੍ਹਾਂ ਦਾ ਕੋਈ ਸੈਸ ਨਹੀਂ ਲਗਾਇਆ। 4 ਸੈਸ ਤਾਂ ਉਹਨਾਂ ਨੇ ਗਿਣਾਤੇ, ਮੰਡੀ ਬੋਰਡ ਦਾ ਸੈਸ ਲਗਾਇਆ ਗਿਆ, ਮਿਊਨਿਸਪਲ ਕਾਰਪੋਰੇਸ਼ਨ ਦਾ ਸੈਸ ਲਗਾਇਆ ਗਿਆ, ਪਿੰਡੂ ਵਿਕਾਸ ਦਾ ਸੈਸ ਲਗਾਇਆ ਗਿਆ। ਹੁਣ ਇਹ ਸਾਰੀਆਂ ਚੀਜ਼ਾਂ ਡਾਇਰੈਕਟ ਇਨਡਾਇਰੈਕਟ ਵੇ ਦੇ ਨਾਲ ਆਪਾਂ ਲੋਕਾਂ ਤੋਂ ਲੈ ਹੀ ਰਹੇ ਹਾਂ ਨਾ। ਦੇਖੋ ਜੇ ਅਸੀਂ ਮੰਨਣ ਚ ਕੀ ਹਰਜ ਹੈ? ਨਹੀਂ, ਜੇ ਕੋਈ ਨੋਮੀਨਲ ਜਾਂ ਜੇ ਤੁਸੀਂ ਉਹ ਕੀਤਾ ਉਹ ਆਪਦੇ ਰਿਸੋਰਸਸ ਜਿਹੜੇ ਹੈਗੇ, ਜਦੋਂ ਸਾਡੇ ਕੋਲ ਸ਼ਾਰਟੇਜ ਆ ਰਿਸੋਰਸਸ ਦੀ, ਉਹਦੇ ਵਾਸਤੇ ਕੀਤਾ ਹੋਇਆ। ਤੇ ਇਸ ਕਰਕੇ ਸ਼ੁਰੂ ਕਰਤਾ, ਇਸ ਕਰਕੇ ਇਹ ਤਾਂ ਹੁਣ ਦੇਖੋ ਬਲਟੋਹਾ ਸਾਹਿਬ ਗੱਲ ਤਾਂ ਸੁਣ ਨਹੀਂ ਸਕਦੇ, ਕਿਉਂਕਿ ਇਹਨਾਂ ਦੀ ਗੱਲ ਤਾਂ ਅਸੀਂ ਬੜੇ ਧਿਆਨ ਨਾਲ ਸੁਣੀ ਆ, ਹੁਣ ਇਹਨਾਂ ਨੂੰ ਸੁਣਨੀ ਨਹੀਂ ਚਾਹੁੰਦੇ, ਹੁਣ ਇਹ ਸੁਣਨੀ ਨਹੀਂ ਚਾਹੁੰਦੇ। ਇਸ ਕਰਕੇ ਇਹ ਕੋਈ ਏਦਾਂ ਦੀ ਕੋਈ ਗੱਲ ਨਹੀਂ ਹੈਗੀ। ਔਰ ਦੂਜੀ ਗੱਲ, ਅਸੀਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਬਿਜਲੀ ਵਾਲੇ ਮਾਮਲੇ ਦੇ ਵਿੱਚ ਅਸੀਂ ਥਰਡ ਪਾਰਟੀ ਆਡਿਟ ਕਰਾਤਾ, ਔਰ ਥਰਡ ਪਾਰਟੀ ਆਡਿਟ ਬੈਠ ਜਾਣਾ। ਉਸ ਤੋਂ ਬਾਅਦ ਇਹ ਬਿਜਲੀ ਸਸਤੀ ਵੀ ਹੋਣੀ ਹੈ, ਔਰ ਤੁਹਾਨੂੰ ਇੱਕ ਤੁਸੀਂ ਇੱਥੇ ਦੇਖ ਕੇ ਜਾਓਗੇ ਬਿਜਲੀ ਇਹ ਸਸਤੀ ਹੋਊਗੀ, ਮਹਿੰਗੀ ਨਹੀਂ ਹੋਊਗੀ, ਕਿਉਂਕਿ ਅਸੀਂ ਆਪਣੇ ਸਿਸਟਮ ਦਾ ਤਾਂ ਪੱਠਾ ਵਟਾਤਾ। ਬੂਟਾ ਸਿੰਘ ਜੀ, ਜਿਹੜੀਆਂ ਚੀਜ਼ਾਂ ਜਿਹੜੇ ਵੀ ਮੈਂ ਇਹਨਾਂ ਨੂੰ ਸੈਸ ਜਾਂ ਟੈਕਸ ਗਿਣਾਏ ਨੇ, ਉਹ ਕਹਿੰਦੇ ਨੇ ਕਿ ਨੋਮੀਨਲ ਜੇ ਨੇ ਉਹ ਲਗਾਣੇ ਹੀ ਪੈਣੇ ਨੇ ਜੇਕਰ ਤੁਸੀਂ ਉਹਨਾਂ ਖੇਤਰਾਂ ਦੇ ਵਿੱਚ ਕੁਝ ਕਰਨਾ ਅੱਗੇ। ਨਹੀਂ, ਇਹ ਕੋਈ ਜ਼ਰੂਰੀ ਨਹੀਂ ਜੀ। ਜੇ ਗਵਰਨਮੈਂਟ ਦੀ ਨੀਅਤ ਸਾਫ਼ ਹੋਵੇ ਤਾਂ ਮੈਂ ਕਹਿੰਦਾ ਉਹ ਲੋਕਾਂ ਨੂੰ ਕਾਫੀ ਰਿਲੀਫ ਦੇ ਸਕਦੀ ਆ। ਤੁਸੀਂ ਇੱਕ ਪਾਸੇ ਤਾਂ ਬੀਬੀ ਰਜਿੰਦਰ ਕੌਰ ਭੱਠਲ ਨੂੰ 85 ਲੱਖ ਰੁਪਈਆ ਦੇ ਰਹੇ ਹੋ, ਪੰਜਾਬ ਦੇ ਕਿਸਾਨਾਂ ਦਾ ਜਿਹੜਾ ਉਹਨਾਂ ਨੇ ਟੈਕਸਾਂ ਦੇ ਰੂਪ ਵਿੱਚ ਦਿੱਤਾ। ਦੂਜੇ ਪਾਸੇ ਤੁਸੀਂ ਯੂਰੀਏ ਦੀ ਬੋਰੀ 250 ਤੋਂ ਚੱਕ ਕੇ 1100 ਕਰ ਰਹੇ ਹੋ, DAP ਨੂੰ ਤੁਸੀਂ 2000-2500 ਤੱਕ ਬੋਰੀ ਲੈ ਕੇ ਜਾ ਰਹੇ ਹੋ, ਤੇ ਤੁਸੀਂ ਕਿਸਾਨਾਂ ਨੂੰ ਇਸ ਕਦਰ ਲੁੱਟਣ ਲੱਗੇ ਪਏ ਹੋ। 300 ਮੌਤਾਂ ਤੁਹਾਡੇ ਰਾਜ 'ਚ ਹੀ ਹੋ ਗਈਆਂ, ਤੇ ਮੈਨੂੰ ਨਹੀਂ ਲੱਗਦਾ ਵੀ ਇਹ ਸਰਕਾਰ ਤੋਂ ਹੋਰ ਕੋਈ ਉਪੇਖਿਆ ਕੀਤੀ ਜਾ ਸਕਦੀ ਆ। ਇਹ ਜਿਹੜੀਆਂ ਇਹ ਡਰਾਮੇਬਾਜ਼ੀਆਂ ਹੀ ਮੈਂ ਤਾਂ ਕਹੂੰਗਾ ਕਰਦੇ ਆ ਚੋਣਾਂ ਨੂੰ ਮੱਦੇਨਜ਼ਰ ਰੱਖ ਕੇ ਦੇ ਪਤਾ ਨਹੀਂ ਇਹਨਾਂ ਨੇ ਕਿਹੜੇ ਮੈਡਲ ਲਵਾਉਣੇ ਆ ਛੋਟੀਆਂ ਚੋਣਾਂ 'ਚ ਧੱਕਾ ਕਰਕੇ, ਜਾਂ ਜਿੰਨੀਆਂ ਗੁਰਦਾਸਪੁਰ ਦੀ ਹੋ ਗਈ ਆ। ਪਰ ਲੋਕਾਂ ਨੂੰ ਰਿਲੀਫ ਦੇਣ ਵਾਲੇ ਪਾਸੇ ਇਸ ਗਵਰਨਮੈਂਟ ਦੀ ਮੈਂ ਕਹਿੰਦਾ ਚਲੋ 9 ਮਹੀਨੇ ਲਾ ਲਓ, ਨੀਅਤ ਹੀ ਕਿਸੇ ਪਾਸੇ ਨਹੀਂ ਦਿੰਦੀ। ਅੱਜ ਕੋਈ ਰੋਡ ਮੈਪ ਨਹੀਂ, ਐਕਸ਼ਨ ਪਲਾਨ ਹੋਣਾ ਤਾਂ ਦੂਰ ਦੀ ਗੱਲ ਆ। ਰੋਡ ਮੈਪ, ਡਿਵਰਸੀਫਿਕੇਸ਼ਨ, ਫਸਲਾਂ ਨੂੰ ਲੈ ਕੇ, ਕਿਸਾਨਾਂ ਨੂੰ ਲੈ ਕੇ ਹਜੇ ਤੱਕ ਕੁਝ ਵੀ ਨਹੀਂ ਆਇਆ ਐਗਜ਼ਿਸਟੈਂਸ ਦੇ ਵਿੱਚ। ਹਾਂਜੀ ਹਰਪ੍ਰੀਤ ਜੀ, ਬੜੇ ਦੁੱਖ ਦੀ ਗੱਲ ਆ ਕਿ ਸਾਡੇ ਦੇਸ਼ ਦੇ ਅੰਦਰ ਜਿਹੜਾ ਕੋਈ ਖਾਂਦਾ ਉਹਨੂੰ ਹੋਰ ਖਵਾਇਆ ਜਾਂਦਾ, ਜਿਹੜਾ ਭੁੱਖਾ ਮਰਦਾ ਉਹਦੇ ਪੇਟ ਤੇ ਲੱਤ ਮਾਰੀ ਜਾਂਦੀ ਆ। ਹਰ ਸਾਲ ਔਸਤਨ ਪਿਛਲੇ 15 ਸਾਲਾਂ ਦਾ ਅੰਕੜੇ ਇਹ ਕਹਿੰਦੇ ਆ ਕਿ ਔਸਤਨ 5 ਲੱਖ ਕਰੋੜ ਰੁਪਈਆ ਜਿਹੜਾ ਉਹ ਮਾਫ ਕੀਤਾ ਜਾਂਦਾ ਕਾਰਪੋਰੇਟਾਂ ਦਾ। ਜਦੋਂ ਕਿਸਾਨੀ ਦੀ ਗੱਲ ਆਉਂਦੀ ਹੈ, ਜਿਹੜੇ ਸਾਰੇ ਦੇਸ਼ ਦੇ ਲੋਕਾਂ ਨੂੰ ਰੋਟੀ ਖਵਾਲੇ ਅੰਨਦਾਤਾ ਆ ਜਿਹੜਾ, ਉੱਥੇ ਸਾਰਿਆਂ ਨੂੰ ਕਹਿੰਦੇ ਪੈਸੇ ਹੈ ਨਹੀਂ, ਖਜ਼ਾਨੇ ਖਾਲੀ ਆ ਖਾਲੇ, ਉਹ ਕਿੱਥੋਂ ਪੈਸਾ ਆਉਂਦਾ? ਹੁਣ ਵੀ ਇੰਡਸਟਰੀ ਨੂੰ ਲਿਆਉਣ ਲਈ ਤੇ 5 ਰੁਪਏ ਯੂਨਿਟ ਦੀ ਗੱਲ ਹੋ ਰਹੀ ਆ। ਕਹਿ ਰਹੇ ਆ ਨਾ ਕਿ ਉਹਨਾਂ ਨੂੰ ਹਰ ਕਿਸਮ ਦੇ ਟੈਕਸ ਮਾਫ ਕਰੋ, ਉਹਨਾਂ ਨੂੰ ਜਿਸ ਤਰ੍ਹਾਂ ਜਵਾਈਆਂ ਨੂੰ ਲਿਆ ਕੇ ਘਰ 'ਚ ਆ ਕੇ ਸੇਵਾ ਕਰੀਦੀ ਆ। ਇੰਡਸਟਰੀ ਆ ਨਹੀਂ ਜੀ ਰਹੀ, ਇੰਡਸਟਰੀ ਨੂੰ ਤੁਸੀਂ ਭੂਏ ਚੜਾਇਆ ਤੁਸੀਂ ਸਾਰਿਆਂ ਨੂੰ। ਮੈਨੂੰ ਲੱਗਦਾ ਕੋਈ ਇੰਡਸਟਰੀ ਜਿਹੜੀ ਨਹੀਂ ਆਉਂਦੀ, ਗਵਰਨਮੈਂਟ ਆਪ ਇੰਡਸਟਰੀ ਲਾ ਲੇ। ਕਿਹੜੀ ਗੱਲ ਹੈ, ਜੇ ਉਹ ਪੈਸਾ ਕਮਾ ਸਕਦੇ, ਗਵਰਨਮੈਂਟ ਕਿਉਂ ਨਹੀਂ ਪੈਸਾ ਕਮਾ ਸਕਦੀ? ਉਲਟਾ SBI ਵਰਗੀ ਬੈਂਕ ਨੂੰ ਰਿਲਾਇੰਸ ਵਾਲਿਆਂ ਨੂੰ ਫੜਾਇਆ ਜਾ ਰਿਹਾ। अब हुणे पिछे जे मतलब ये फैसला हो गया कि इहो जी बैंक जिहड़ी सब तो मजबूत बैंक पहला उहदे च बैंकां जमा करतियां 5 बैंकां होर मर्ज करतियां और फिर उहनूं कहे रिलायंस वालियां नूं फड़ाया जा रहा। ये देश दा भला देश दे विच जिहड़े साडे हाकम लोग आ उन्हां दी नीयत ठीक नहीं, किसानां नूं बचाउण वाली नहीं। 5 एकड़ तक जी किहड़े सानूं पांदे ने क्या कि असीं 5 एकड़ तक ही माफ़ करना, आपां 10 तक भी कर सकते सी, असीं 7.5 तक भी कर सकते सी। थोड़ी जी कांग्रेस नूं ये सोचना चाहिए है कि जिहड़े बाकी भी किसानी है बहुत खुशहाल किसानी नहीं है। पैसे इकट्ठे करो और मैं अकालियां नूं भी और बीजेपी नूं और कांग्रेस नूं कहूँगा कि मिल के दिल्ली वल भी देखो जिथों पैसा बाकी कारपोरेटां नूं आउंदा असीं भी थोड़ा वड्डा हिस्सा मंगीए। जो स्वामीनाथन वाली गल है कि इहनूं कंकरेंट लिस्ट विच पाया जाए, पाओ या ना पाओ, वड्डा हिस्सा सानू खेती लई साडे कोल खेती है, दिल्ली चों भी पैसा सानू मंगाउण लई इकट्ठे मोर्चे लाउणे चाहिए आ तां बचूगा। हां ये बहुत जरूरी है। बलटोआ साहब जिहड़ी गल मैं पहला कही सी कि जे सरकार चलानी है तो किते ना कितों तो तुहानू रेवन्यू इकट्ठा करना ही पेगा ना। जे छोटे छोटे टैक्स जिवें सुखदेव सिंह होरां ने कहा कि वो लगा दिते ने तां उहदा फायदा तां लोकां नूं ही होना सिद्धे या सिद्धे रूप दे विच। हरप्रीत जी बेनती है, असी भी सरकार 10 साल हंडा के गए, लोगों के सिर दादू किहड़ा सी बोझ पाया। 10 साल सरकार हंडाई है, पंजाब की डिवेलपमेंट की है, लोगों को सहूलतां दित्तियां है। इत्थे आटा दाल स्कीम भी बंद है, इत्थे शगन स्कीम भी बंद है, इत्थे पेंशनां भी 9 महीने तो बंद ने, इत्थों तक मिड डे मील जिहड़े गरीब बच्चों बेचारिਆਂ ਨੂੰ स्कूलों खाना मिलता सी वो भी बंद है। दिता की है तो केवल बोझ। इन्हां ने हरप्रीत जी जिहड़ा किसानी का मामला जिहड़ा 1997 तो माफ सी वो भी ठोक के लाता, पिंडां 'च पटवारी ते कानू को तुरे फिरदे है कि मामला दिओ। ते सरदार मनप्रीत सिंह बादल की स्टेटमेंट है कि जे पानी लैना है पहाड़ां तो चलदा है, मेरे घर तक पानी आउंदा ते नहरां दी मुरम्मत वास्ते मामला लाउणा पैना है।
ਮਨਪ੍ਰੀਤ ਸਿੰਘ ਨੇ ਕਿਹਾ ਇਹ ਮਾਮਲਾ ਕਰਾਉਣਾ ਇਹਨਾਂ ਨੇ ਸ਼ੁਰੂ ਕਰਤਾ, ਜਿਹੜਾ ਮਾਮਲਾ ਜਿਹੜਾ 1997 ਤੋਂ ਮਾਫ ਸੀ। ਔਰ ਦੂਸਰੀ ਗੱਲ ਇਹਨਾਂ ਨੇ ਹਰਪ੍ਰੀਤ ਜੀ ਜਿਹੜੇ ਸਪੋਰਟਸ ਕੰਪਲੈਕਸ ਨੇ ਨਾ, ਜਿਹੜੇ ਮੋਹਾਲੀ ਵਰਗੇ ਜਿਹੜੇ ਵੱਡੇ ਵੱਡੇ ਸਟੇਡੀਅਮ ਨੇ, ਉਹਨਾਂ ਦੇ ਵਿੱਚ ਵੀ 2.5 ਗੁਣਾ ਬੱਚਿਆਂ ਦੇ ਉੱਤੇ ਫੀਸ ਵਧਾਤੀ ਸਪੋਰਟਸ ਕੰਪਲੈਕਸਾਂ ਦੀ। ਇਹ ਤਾਂ ਕਿਸੇ ਨੂੰ ਬਖਸ਼ ਨਹੀਂ ਰਹੇ। ਟਿਊਬਲਾਂ ਦੇ ਉੱਤੇ ਮੀਟਰ ਲਾਉਣੇ ਸ਼ੁਰੂ ਕਰ ਦਿੱਤੇ ਨੇ, ਕਾਹਦੇ ਲਈ ਲਾਉਂਦੇ ਨੇ? ਕਿਸਾਨੀ ਦੇ ਉੱਤੇ ਬੰਬੀਆਂ ਦੇ ਬਿੱਲ ਲਾਉਣ ਵਾਸਤੇ। ਔਰ ਦੂਸਰੀ ਗੱਲ ਜਿਹੜੀ ਹੈ, ਇਹਨਾਂ ਦੇ ਪਿੱਛੇ ਜੇ ਪ੍ਰਪੋਜ਼ਲ ਆਈ ਹੈ ਪੈਟਰੋਲ ਡੀਜ਼ਲ ਤੇ ਸ਼ਰਾਬ ਦੇ ਉੱਤੇ ਜਿਹੜਾ ਇਹ ਹੋਰ ਵੈਟ ਲਾਉਣ ਲੱਗੇ ਲਾਉਣ ਕਿੰਨੇ ਲਾਉਣਗੇ? ਤੁਸੀਂ ਸੁਣਿਆ ਹੋਣਾ, ਅਖਬਾਰਾਂ 'ਚ ਅਸੀਂ ਪੜ੍ਹਿਆ ਹੈ, ਮੀਡੀਆ 'ਚ ਸੁਣਿਆ, ਸਾਰਾ ਕੁਝ ਸੁਣਿਆ। ਦੂਸਰੀ ਗੱਲ ਸਰ ਸੁਖਦੇਵ ਸਿੰਘ ਜੀ ਬੋਲ ਰਿਹਾ ਹੈ ਵੀ ਜੋ ਕੈਪਟਨ ਅਮਰਿੰਦਰ ਸਿੰਘ ਜੀ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਅਸੀਂ ਪੂਰੇ ਕਰ ਰਹੇ ਹਾਂ। ਤੁਸੀਂ ਤਾਂ ਕਹਿੰਦੇ ਸੀਗੇ ਅਸੀਂ ਇਹ ਕਿਸਾਨੀ ਦਾ ਜਿੰਨਾ ਕਰਜ਼ਾ ਆਇਆ, ਚਾਹੇ ਉਹ ਕੋਆਪਰੇਟ ਅਦਾਰਿਆਂ ਦਾ ਆਇਆ, ਚਾਹੇ ਨੈਸ਼ਨਲ ਬੈਂਕਾਂ ਦਾ, ਚਾਹੇ ਪ੍ਰਾਈਵੇਟ ਬੈਂਕਾਂ ਦਾ, ਚਾਹੇ ਆੜਤੀਆਂ ਦਾ, ਕੈਪਟਨ ਅਮਰਿੰਦਰ ਸਿੰਘ ਛਾਤੀ ਤੇ ਹੱਥ ਮਾਰ ਕੇ ਕਹਿੰਦੇ ਸੀ ਕਿ ਸਾਰੇ ਮਾਫ ਕਰੂੰ। ਤੇ ਅੱਜ ਤੁਸੀਂ ਕਿੱਥੇ ਆ ਗਏ ਜੀ? ਅੱਜ ਕਿਸਾਨੀ ਰਗੜ ਕੇ ਰੱਖ ਦਿੱਤੀ ਹੈ। ਠੀਕ ਹੈ, ਆਪਾਂ ਜਵਾਬ ਲੈ ਲਈਏ। ਮੇਰੇ ਕੋਲ ਟਾਈਮ ਘੱਟ ਹੈ, ਵਲਟੋਆ ਸਾਹਿਬ ਟਾਈਮ ਘੱਟ ਹੈ। ਹਾਂਜੀ, ਅਸੀਂ ਤੁਹਾਡੇ ਨਾਲ ਧੋਖਾ ਕੀਤਾ, ਹਾਂਜੀ, ਪੰਜਾਬ ਦੇ ਲੋਕਾਂ ਨਾਲ ਤੁਸੀਂ ਧੋਖਾ ਕੀਤਾ ਤੇ ਧੋਖੇ ਦੀ ਮਾਫੀ ਮੰਗਣ ਦੀ ਥਾਂ ਤੇ ਤੁਸੀਂ ਅੱਗੋਂ ਹੋਰ ਗੱਲ ਹੋਈ ਜਿਹੜੀ ਬੂਟਾ ਸਿੰਘ ਜੀ ਹੋਰੀ ਨੇ ਵੀ ਕਹੀ ਸੀ ਕਿ ਪਹਿਲਾਂ ਤੁਸੀਂ ਇਹ ਕਿਹਾ ਸੀ ਕਿ ਹਰ ਤਰ੍ਹਾਂ ਦਾ ਕਰਜ਼ਾ ਮਾਫ ਹੋਏਗਾ, ਆੜਤੀਆਂ ਦਾ ਕਰਜ਼ਾ, ਕੋਆਪਰੇਟਿਵ ਬੈਂਕਾਂ ਦਾ ਕਰਜ਼ਾ, ਸਹਿਕਾਰੀ ਬੈਂਕਾਂ ਦਾ ਕਰਜ਼ਾ ਔਰ ਨੈਸ਼ਨਲ ਬੈਂਕਾਂ ਦਾ ਕਰਜ਼ਾ। ਔਰ ਹੁਣ ਉਹ ਕਲੌਜ਼ ਲੱਗਦੇ ਜਾ ਰਹੇ ਨੇ, ਕਲੌਜ਼ ਲੱਗ ਕੇ ਸਿਰਫ 6 ਲੱਖ ਕਿਸਾਨਾਂ ਤੇ ਆ ਕੇ ਫੁੱਲ ਸਟਾਪ ਲੱਗ ਗਿਆ। ਦੇਖੋ 6 ਲੱਖ ਵਾਲੀ ਪਹਿਲਾਂ ਤਾਂ ਤੁਸੀਂ ਜਿਹੜੀ ਹੈਗੀ ਨਾ ਇੱਕ ਗੱਲ ਨੂੰ ਇਹਨੂੰ ਨਾ ਘੁਮਾਓ ਜੀ। ਇਹ ਗੱਲ ਇਹ ਤੁਸੀਂ ਕੋਈ ਅਥੈਂਟੀਕੇਟ ਤੁਹਾਡੀ ਗੱਲ ਨਹੀਂ, ਤੁਸੀਂ ਇੱਕ ਗੱਲ ਤੇ ਆ ਗਏ 6 ਲੱਖ ਕਹਿਣੀ ਸ਼ੁਰੂ ਕਰ ਲਈ, ਉਹ ਆਪਾਂ ਹੁਣ ਤੋਰਨੀ ਅੱਗੇ ਨੂੰ ਸ਼ੁਰੂ ਕਰਤੀ। ਇਹ ਗੱਲ ਨਹੀਂ ਹੈਗੀ। ਚਲੋ ਫਿਰ ਦੱਸ ਦਿਓ ਕਿੰਨੇ ਕਿਸਾਨ ਨੇ ਜਿਹਨਾਂ ਨੂੰ ਕਹਿਣਾ 10 ਲੱਖ ਕਿਸਾਨਾਂ ਦਾ ਜਨਮ ਠੀਕ ਹੈ ਨਾ। ਜੇ ਹੁਣ ਬਰਾਗੀ ਸਾਹਿਬ ਤੋਂ ਤਾਂ ਅਸੀਂ ਸਰਟੀਫਿਕੇਟ ਲੈਣਾ ਨਹੀਂ, ਅਸੀਂ ਸਰਟੀਫਿਕੇਟ ਤੁਹਾਨੂੰ ਦੇਣਾ ਵੀ ਨਹੀਂ, ਤੁਸੀਂ ਲਾਇਕ ਵੀ ਨਹੀਂ, ਐਵੇਂ ਨਾ ਕੋਡ ਕਰੋ। ਜਿਹੜਾ ਜਵਾਬ ਪੁੱਛਿਆ ਉਹ ਦਿਓ, ਸਵਾਲ ਦਾ ਜਵਾਬ ਦਿਓ। ਤੁਸੀਂ ਬੋਲੇ ਸੀ ਨਾ, ਇਹ ਕੀ ਮਜ਼ਾਕ ਆ? ਪੰਜਾਬ ਦੇ ਕਿਸਾਨਾਂ ਨਾਲ ਇੱਕ ਪੈਸਾ ਵੱਧ ਗਿਆ, ਉਹਦਾ ਕਰਜ਼ਾ ਮਾਫ ਨਹੀਂ ਹੋਣਾ। ਸਾਰਾ ਕਹਿੰਦੇ ਸੀ ਕਰਜ਼ਾ ਮਾਫ ਕਰਾਂਗੇ, ਹੁਣ ਤੁਸੀਂ ਝੇਡਾਂ ਕਰਦੇ ਹੋ ਪੰਜਾਬ ਦੇ ਕਿਸਾਨਾਂ ਨੂੰ। ਤੁਸੀਂ ਸਿਆਣੇ ਹੋਵੋ, ਐ ਨਾ ਕਰੋ, ਜਵਾਬ ਦਿਓ ਆਪਦੀ ਗੱਲ ਦਾ। ਜਵਾਬ ਤਾਂ ਦੇ ਰਹੇ ਹੋ ਤੁਸੀਂ, ਬੋਲੋ ਸੁਖਦੇਵ ਜੀ। ਤੇ ਜਿਹੜੀ ਗੱਲ ਅੱਜ ਇਹ ਗੱਲ ਕਹਿ ਰਹੇ ਨੇ ਨਾ, ਉਹ ਬਿਲਕੁਲ ਗਲਤ ਗੱਲ ਹੈ। ਵੀ ਜਿੱਥੋਂ ਤੱਕ ਗੱਲ ਉਹ ਕਹਿ ਕੇ ਗਏ ਨੇ ਸਾਡੇ ਬੁਲਾਰਾ ਸਾਹਿਬ ਅਕਾਲੀ ਦਲ ਦੇ, ਮੈਂ ਬਿਲਕੁਲ ਉਹਨਾਂ ਦੀ ਗੱਲ ਨਾਲ ਸਹਿਮਤ ਹਾਂ। ਬਿਜਲੀ ਵਾਲਾ ਪੱਠਾ ਉਹ ਬਿਠਾ ਕੇ ਗਏ, ਸਾਡੇ ਉੱਤੇ ਇੰਨਾ ਕੁ ਬੋਝ ਪਾ ਕੇ ਗਏ ਆ ਉਹ। ਸਾਡੇ ਮੇਰੀ ਗੱਲ ਸੁਣ ਲਓ ਨਾ, ਸਾਡੇ ਆਪਣੇ 6 ਯੂਨਿਟ ਰੋਪੜ ਥਰਮਲ ਦੇ, 4 ਯੂਨਿਟ ਬਠਿੰਡੇ ਦੇ ਤੇ 4 ਯੂਨਿਟ ਲਹਿਰੇ ਮੁਹੱਬਤ ਦੇ ਬੰਦ ਪਏ ਆ 2016 ਚ ਫੈਸਲਾ ਕਰਕੇ। ਠੀਕ ਹੈ ਨਾ ਸੁਖਦੇਵ ਸਿੰਘ ਜੀ, ਜਿਹੜਾ ਸਵਾਲ ਪੁੱਛਿਆ ਜਾ ਘੱਟੋ ਘੱਟ ਪਹਿਲਾਂ ਉਹਦਾ ਜਵਾਬ ਦੇ ਦਿਓ। ਇਹ ਜੋ ਬੋਲਣਾ ਚਾਹੁੰਦੇ ਤੁਸੀਂ ਬੋਲ ਲੈਣਾ। ਕਿਸਾਨਾਂ ਨੂੰ ਮੁਫਤ ਦਿੱਤੀ ਹੈ। ਮੈਂ ਸਵਾਲ ਜਿਹੜਾ ਪੁੱਛ ਰਿਹਾ, ਇੱਕ ਮਿੰਟ ਬਲਟੋਆ ਸਾਹਿਬ, ਮੈਂ ਸਵਾਲ ਜਿਹੜੀ ਗੱਲ ਮੀਟਰ ਲਾਉਂਦੇ ਦੋਵੇਂ ਬੁਲਾਰੇ ਕਹਿ ਰਹੇ ਨੇ ਕਿ ਕਰਜ਼ੇ ਤੇ ਤੁਸੀਂ ਕਲੌਜ਼ ਹੁਣ ਕਿਉਂ ਲਗਾ ਰਹੇ ਹੋ, ਜਦ ਪਹਿਲਾਂ ਤੁਸੀਂ ਇਹ ਕਿਹਾ ਸੀ ਹਰ ਤਰ੍ਹਾਂ ਦਾ ਕਰਜ਼ਾ ਮਾਫ ਹੋਏਗਾ। ਦੇਖੋ ਗੱਲ ਇਹ ਹੈ ਜੀ, ਜੋ ਜਿੰਨੇ ਸਾਡੇ ਕੋਲ ਰਿਸੋਰਸਸ ਸੀ ਉਹਨੇ ਉਸ ਤੋਂ ਅਸੀਂ ਵੱਧ ਕਰ ਰਹੇ ਹਾਂ। ਇੱਕ ਮਿੰਟ, ਉਸ ਤੋਂ ਵੱਧ ਕਰ ਰਹੇ ਹਾਂ, ਉਸ ਤੋਂ ਵੱਧ ਕਰ ਰਹੇ ਹਾਂ। ਦੂਜੀ ਗੱਲ ਇਹ ਪਤਾ ਸੀ ਕਿ ਨਹੀਂ ਰਿਸੋਰਸਸ ਦਾ ਪਹਿਲਾਂ ਨਹੀਂ ਪਤਾ ਸੀ? ਦੇਖੋ ਕਈ ਗੱਲਾਂ ਦਾ ਤੁਹਾਨੂੰ ਸਾਡੇ ਸੀਐਮ ਸਾਹਿਬ ਬਿਆਨ ਦੇ ਚੁੱਕੇ ਆ ਵੀ ਮੈਨੂੰ ਤਾਂ ਇਹ ਸੀਗਾ ਵੀ ਇੰਨਾ ਉਹ ਏਸੀ ਕਮਰਿਆਂ 'ਚ ਬਹਿ ਕੇ ਹੁਣ ਮੈਨੀਫੈਸਟੋ ਬਣਾ ਲਿਆ, ਪ੍ਰਸ਼ਾਂਤ ਭੂਸ਼ਣ ਨੂੰ ਸੈਲਰੀ ਦੇ ਕੇ ਬਣਵਾ ਲਿਆ। ਹੁਣ ਲੋਕਾਂ ਨੂੰ ਪ੍ਰਸ਼ਾਂਤ ਕਿਸ਼ੋਰ ਸੀ, ਭੂਸ਼ਣ ਨਹੀਂ ਸੀ। ਪ੍ਰਸ਼ਾਂਤ ਭੂਸ਼ਣ ਤੁਹਾਨੂੰ ਆਪਣੇ ਵਾਲਾ ਯਾਦ ਆਉਂਦਾ ਰਹਿੰਦਾ, ਜਿਹੜਾ ਤੁਹਾਡਾ ਸੀ ਉਹ ਪ੍ਰਸ਼ਾਂਤ ਭੂਸ਼ਣ ਜੀ ਵਿਚਾਰਾ, ਉਹ ਵੀ ਵਿਚਾਰਾ ਹਵਾ 'ਚ। ਤੁਸੀਂ ਮੰਨਦੇ ਹੋ ਨਾ ਏਸੀ ਕਮਰਿਆਂ 'ਚ ਬਹਿ ਕੇ ਬਣਾਇਆ ਸੀ? ਲੋਕਾਂ ਨੇ ਕੋਈ ਏਸੀ ਕਮਰੇ 'ਚ ਬੈਠ ਕੇ ਨਹੀਂ ਬਣਾਇਆ। ਮਾਫੀ ਮੰਗੋਗੇ ਨਾ ਤੁਸੀਂ, ਮੰਗੋਗੇ ਮਾਫੀ? ਤੁਹਾਨੂੰ ਪਤਾ ਸੀ ਨਾ ਸਾਰਾ ਕੁਝ ਸਾਹਮਣੇ ਆਊਗਾ। ਪੰਜਾਬ ਦੀ ਕੰਡੀਸ਼ਨ ਦਾ ਹੀ ਨਹੀਂ ਸੀ ਤੁਹਾਨੂੰ ਪਤਾ, ਉਦੋਂ ਪਤਾ ਲੱਗੂ। ਪੰਜਾਬ ਦੀ ਕੰਡੀਸ਼ਨ ਦਾ ਹੀ ਨਹੀਂ ਸੀ ਤੁਹਾਨੂੰ ਝੂਠ ਪ੍ਰਚਾਰ ਕਰ ਰਹੇ ਹੋ, ਜਿਹੜਾ ਝੂਠ ਪ੍ਰਚਾਰ ਤੁਸੀਂ ਫੜਿਆ ਹੋਇਆ ਹਰ ਰੋਜ਼ ਦਾ। ਬੀਬੀ ਭੱਠਲ ਵਾਲਾ ਵੀ ਜਵਾਬ ਦੇ ਦਿਓ, ਟਾਈਮ ਨਾ ਖਰਾਬ ਕਰੋ। ਬੀਬੀ ਭੱਠਲ ਨੂੰ ਕਿਉਂ ਮਾਫ ਕੀਤਾ ਉਹ ਵੀ ਦੱਸੋ। ਜਿਹੜੀ ਗੱਲ ਇਹ, ਜੇ ਉਸ ਤੇ ਕੋਈ ਨਜਾਇਜ਼ ਲਾਤਾ ਬੀਬੀ ਭੱਠਲ ਦੇ, ਉਹਦੇ ਕੋਈ ਗੁਨਾਹ ਸੀਗਾ, ਉਹਦਾ ਮਾਫ ਕਰਤਾ। ਨਜਾਇਜ਼ ਲਾਤਾ, ਉਹ ਦੂਜੀ ਗੱਲ ਲੱਭ ਕੇ ਬੈਠੇ ਰਹਿਣਾ। ਨਜਾਇਜ਼ ਲਾਤਾ, ਮੈਂ ਹੈਰਾਨ। ਮੀਟਰ ਬਿਜਲੀ ਦੇ ਬਿੱਲ ਲਾਉਣ ਨੂੰ ਲਾ ਰਿਹਾ, ਸ਼ਾਇਦ ਬਲਟੋਹਾ ਸਾਹਿਬ ਦੀ ਜਾਣਕਾਰੀ ਘੱਟ ਹੈ ਵੀ ਉਹ ਬਿਜਲੀ ਦੇ ਬਿੱਲ ਮੀਟਰ ਲਾਏ ਹੋਏ ਆ ਹਰਿਆਣਾ ਗਵਰਨਮੈਂਟ ਨੇ ਵੀ, ਸਿਰਫ ਇਸ ਕਰਕੇ ਵੀ ਬਿਜਲੀ ਦੀ ਕੰਜ਼ੰਪਸ਼ਨ ਜਿਹੜੀ ਐਗਰੀਕਲਚਰ ਤੇ ਹੋ ਰਹੀ ਹੈ ਤੇ ਜੋ ਬਿਜਲੀ ਬੋਰਡ ਦਿਖਾ ਰਿਹਾ ਉਹਦੇ ਬੜਾ ਵੱਡਾ ਫਰਕ ਹੈ। ਉਹਦੇ ਬੜਾ ਵੱਡਾ ਫਰਕ ਹੈ। ਉਹਨੂੰ ਇਹ ਦੇਖਣ ਵਾਸਤੇ ਵੀ ਭਾਈ ਜਿਹੜੀ 800-900 ਕਰੋੜ ਦੀ ਤੁਸੀਂ ਸਬਸਿਡੀ ਕਰਦੇ ਹੋ, ਫੀਡਰ ਕਾਦੇ ਵਾਸਤੇ ਲੱਗ ਕੀਤੇ ਸੀ ਐਗਰੀਕਲਚਰ ਵਾਲੇ ਤੇ ਡੋਮੈਸਟਿਕ ਦੇ? ਉਹ ਇਸੇ ਲਈ ਨਾ ਕਿ ਕੰਜ਼ੰਪਸ਼ਨ ਪਤਾ ਲੱਗੇ ਵੀ ਫੀਡਰਾਂ ਤੇ ਕੰਜ਼ੰਪਸ਼ਨ ਤੁਹਾਨੂੰ ਪਤਾ ਲੱਗ ਹੀ ਰਹੀ ਹੈ ਕਿ ਐਗਰੀਕਲਚਰ ਤੇ ਕਿੰਨੇ ਤੁਸੀਂ ਬਿਜਲੀ ਖਰਚ ਕਰ ਰਹੇ ਹੋ, ਫਿਰ ਮੀਟਰ ਲਾਉਣ ਦੀ ਕਿਉਂ ਜ਼ਰੂਰਤ ਪੈ ਰਹੀ ਹੈ? ਮੈਂ ਤੁਹਾਨੂੰ ਉਹੀ ਗੱਲ ਦੱਸਦਾ, ਉਹ ਫੀਡਰਾਂ ਤੋਂ ਸਾਡੇ ਜਦੋਂ ਚੋਰੀ ਹੁੰਦੀ ਹੈ, ਅਸੀਂ ਉਸ ਵਾਸਤੇ ਜਿਹੜੇ ਕਿ ਸਾਡੇ ਮੀਟਰ ਲਾ ਕੇ ਚੋਰੀ ਰੁਕ ਜਾਏਗੀ? ਨਹੀਂ,
ਨਹੀਂ ਸਾਨੂੰ ਜਦੋਂ ਕੰਜ਼ੰਪਸ਼ਨ ਪਤਾ ਲੱਗੂ ਆਪੇ ਪਤਾ ਲੱਗ ਜੂ। ਫੀਡਰਾਂ ਤੋਂ ਨਹੀਂ ਪਤਾ ਲੱਗ ਰਹੀ, ਨਹੀਂ ਲੱਗ ਰਹੀ ਨਾ ਸਾਨੂੰ। ਦੇਖੋ ਗੱਲ ਇਹ ਹੈ ਇਸ ਵੇਲੇ ਜਿਹੜੀ ਜਿੰਨੀ ਵੀ ਉਹ ਹੋ ਰਹੀ ਹੈ PSPCL ਦੀ ਮੈਨੇਜਮੈਂਟ ਨੇ ਜਿਹਨੇ ਕੀਤਾ ਪਹਿਲਾਂ ਉਹ 800-900 ਕਰੋੜ ਰੁਪਏ ਦਾ ਦਿਖਾ ਕੇ ਸਬਸਿਡੀ ਚਲੋ ਮੇਰੇ ਕੋਲ ਟਾਈਮ ਘੱਟ ਆ, ਬਿਜਲੀ ਤੇ ਨਾ ਰਹੀ ਹੈ ਅਸੀਂ ਕਹਿੰਦੇ ਜਿਹੜੀ 500 ਕਰੋੜ 5000 ਕਰੋੜ ਵੀ ਨਹੀਂ ਬਣਦੀ। ਮੁੱਦੇ ਦੀ ਗੱਲ ਮੁੱਕਦੀ ਹੋਈ ਗੱਲ ਇਹ ਨਜ਼ਰ ਆ ਰਹੀ ਹੈ ਕਿ ਮੈਨੀਫੈਸਟੋ ਦੇ ਵਿੱਚ ਤੁਸੀਂ ਲਿਖ ਤਾਂ ਦਿੱਤਾ ਪਰ ਆਪਣੀ ਜੇਬ ਨਹੀਂ ਦੇਖੀ ਕਿ ਜੇਬ ਦੇ ਵਿੱਚ ਪੈਸਾ ਕਿੰਨਾ ਹੈ। ਤੁਸੀਂ ਵਾਅਦਾ ਜ਼ਰੂਰ ਕਰ ਦਿੱਤਾ ਕਿ ਹਰ ਤਰ੍ਹਾਂ ਦਾ ਲੋਨ ਮਾਫ ਕਰ ਦਾਂਗੇ, ਹੁਣ ਤੁਸੀਂ ਖੁਦ ਕਹਿ ਰਹੇ ਹੋ ਕਿ ਸਾਨੂੰ ਨਹੀਂ ਪਤਾ ਸੀਗਾ ਵੀ ਐਡੀ ਬੁਰੀ ਹਾਲਤ ਹੋਏਗੀ ਖਜ਼ਾਨੇ ਦੀ। ਚਲੋ ਮੇਰੇ ਕੋਲ ਟਾਈਮ ਘੱਟ ਹੈ, ਮੈਂ ਜਾਂਦੇ ਵਲਟੋਆ ਸਾਹਿਬ ਸਿਰਫ ਇੱਕ ਸਟੇਟਮੈਂਟ ਤੁਹਾਡੀ, ਕਿਉਂਕਿ ਤੁਸੀਂ ਲਾਸਟ ਸੈਗਮੈਂਟ ਦੇ ਵਿੱਚ ਆਏ ਹੋ, ਇਹ ਪੁੱਛਣਾ ਚਾਹਨਾ ਕਿ ਮੈਨੀਫੈਸਟੋ ਤਿਆਰ ਕਰ ਦਿੱਤਾ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਖਜ਼ਾਨੇ ਦਾ ਇੰਨਾ ਬੁਰਾ ਹਾਲ ਤੁਸੀਂ ਕਰਕੇ ਜਾਓਗੇ, ਇਸ ਲਈ ਹਾਲਾਤ ਮਾੜੇ ਨੇ। ਦੇਖੋ ਹਰਪ੍ਰੀਤ ਜੀ, ਇਹਨਾਂ ਨੂੰ ਸਾਰਾ ਕੁਝ ਪਤਾ ਸੀ ਵੀ ਪੰਜਾਬ ਦੇ ਆਰਥਿਕ ਹਾਲਾਤ ਕੀ ਨੇ ਔਰ ਜਾਣ ਬੁੱਝ ਕੇ ਕੇਵਲ ਤੇ ਕੇਵਲ ਸਰਕਾਰ ਬਣਾਉਣ ਲਈ ਝੂਠ ਬੋਲਿਆ, ਪਾਪ ਕੀਤਾ, ਧੋਖਾ ਕੀਤਾ, ਲੋਕਾਂ ਨੂੰ ਗੁੰਮਰਾਹ ਕੀਤਾ। ਅੱਜ ਸਰਕਾਰ ਬਣਾਈ ਹੈ, ਸਰਕਾਰ ਬਣਾ ਕੇ ਦੇਣਾ ਤੇ ਕਿਧਰੇ ਰਹਿ ਗਿਆ। ਅੱਜ ਜੋ ਕੁਛ ਇਹਨਾਂ ਵੱਲੋਂ ਲੋਕਾਂ ਦੇ ਉੱਤੇ ਬੋਝ ਪਾਇਆ ਜਾ ਰਿਹਾ ਹੈ, ਹੁਣ ਹਰਿਆਣੇ ਦੀ ਉਦਾਹਰਨਾਂ ਦਿੱਤੀਆਂ ਜਾ ਰਹੀਆਂ ਤੇ ਹਰਿਆਣੇ 'ਚ ਬਿਜਲੀ ਮੁਫਤ ਹੈ ਕਿਸਾਨਾਂ ਨੂੰ। ਪ੍ਰਕਾਸ਼ ਸਿੰਘ ਬਾਦਲ ਨੇ 1997 ਵਿੱਚ ਮਾਫ ਕੀਤੀ, ਤੁਸਾਂ 2002 'ਚ ਆਣ ਕੇ 4 ਸਾਲ ਡੰਡੇ ਨਾਲ ਉਗਰਾਈ। ਲੋਕ ਭੁੱਲ ਗਏ ਵਿਚਾਰੇ, ਸਮਝਦੇ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਐਤਕੀ ਫਾਰਮ ਚੱਕੀ ਫਿਰਦਾ ਹੈ, ਸਾਡੇ ਨਾਲ ਇਕਰਾਰਨਾਮਾ ਕਰੀ ਫਿਰਦਾ, ਐਗਰੀਮੈਂਟ ਚੱਕੀ ਫਿਰਦਾ, ਸਾਡੇ ਕੋਲ ਦਸਤਖਤ ਕਰਾਉਂਦੇ ਆ, ਸਾਨੂੰ ਮੈਸੇਜ ਆਉਂਦੇ ਆ ਸ਼ਾਇਦ ਮਾਫ ਹੀ ਹੋ ਜੇ। ਲੋਕ ਭੁਲੇਖੇ 'ਚ ਆ ਗਏ ਪਰ ਲੋਕ ਪਛਤਾ ਰਹੇ ਆ। ਤੁਸੀਂ ਦੇਣਾ ਤਾਂ ਕੀ, ਮੈਨੂੰ 9 ਮਹੀਨਿਆਂ 'ਚ ਇੱਕ ਸਕੀਮ ਦੱਸ ਦਿਓ ਜਿਹੜੀ ਪ੍ਰਕਾਸ਼ ਸਿੰਘ ਬਾਦਲ ਦੀ ਚੱਲਦੀ ਸੀ, ਤੁਸੀਂ ਉਹ ਲਾਗੂ ਰੱਖੀ। ਕੀ ਤੁਸੀਂ ਲੋਕਾਂ ਨੂੰ ਕਣਕ ਦਿੱਤੀ 9 ਮਹੀਨਿਆਂ 'ਚ? ਕੀ 9 ਮਹੀਨਿਆਂ 'ਚ ਕਿਸੇ ਨੂੰ ਸ਼ਗਨ ਸਕੀਮ ਦਿੱਤੀ, ਕਿਸੇ ਨੂੰ ਪੈਨਸ਼ਨ ਦਿੱਤੀ, ਕੀ ਗਰੀਬਾਂ ਦੇ ਬੱਚਿਆਂ ਨੂੰ ਮਿਡ ਡੇ ਮੀਲ ਦਿੱਤਾ? ਕਿਉਂ ਦਿੱਤਾ ਜੀ ਕੁਛ? ਜਿਹੜੀਆਂ ਸਕੀਮਾਂ ਚੱਲਦੀਆਂ ਤੁਸੀਂ ਤਾਂ ਬੰਦ ਕਰਤੀਆਂ। ਚੌਹਾਨੀ ਦੀ ਖਰਚ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਵਰਗਾ ਤੁਹਾਨੂੰ ਵਿੱਤ ਮੰਤਰੀ ਬਣਾ ਲਿਆ ਹੈ, ਕੈਪਟਨ ਅਮਰਿੰਦਰ ਸਿੰਘ ਵਰਗਾ ਮੁੱਖ ਮੰਤਰੀ ਹੈ। ਬੇੜਾ ਗਰਕ ਤੇ ਪੰਜਾਬ ਦਾ ਹੋਣਾ ਹੀ ਹੈ। ਚਲੋ ਬਹੁਤ ਧੰਨਵਾਦ ਬਲਟੋਆ ਸਾਹਿਬ, ਬਹੁਤ ਧੰਨਵਾਦ। ਮੇਰੇ ਕੋਲ ਟਾਈਮ ਘੱਟ ਹੈ, ਬਹੁਤ ਧੰਨਵਾਦ। ਔਰ ਵੱਡੀ ਗੱਲ ਮੁੱਕਦੀ ਗੱਲ ਇਹ ਹੈ ਕਿ ਹੁਣ ਹੋਰ ਕਿਸੇ ਦਾ ਧਿਆਨ ਹੋਵੇ ਨਾ ਇਲੈਕਸ਼ਨਸ ਵੱਲ, ਕਿਸਾਨ ਭਰਾਵਾਂ ਦਾ ਜ਼ਰੂਰ ਹੈ ਕਿ ਇਹ ਚੋਣਾਂ ਕਦੋਂ ਨਿਬੜਨ। ਔਰ ਜਿਹੜੀ ਗੱਲ ਵਾਰ-ਵਾਰ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਕਿ ਨੋਟੀਫਿਕੇਸ਼ਨ ਜਾਰੀ ਕਰਕੇ ਕਿਸਾਨਾਂ ਦੇ ਕਰਜ਼ੇ ਜਿਹੜੇ ਮਾਫ ਹੋ ਜਾਣਗੇ, ਔਰ ਦਾਵਾ ਜਿਵੇਂ ਸੁਖਦੇਵ ਹੋਰਾਂ ਨੇ ਵੀ ਕੀਤਾ ਕਿ 10 ਲੱਖ ਜਿਹੜੇ ਪਰਿਵਾਰ ਨੇ ਜਾਂ ਕਿਸਾਨ ਨੇ ਉਹਨਾਂ ਨੂੰ ਫਾਇਦਾ ਹੋਵੇਗਾ। ਦੁਬਾਰਾ ਡਿਬੇਟ ਜ਼ਰੂਰ ਲੈ ਕੇ ਆਵਾਂਗੇ ਜਦੋਂ ਕਿਸਾਨਾਂ ਦੇ ਕਰਜ਼ੇ ਮਾਫ ਹੋਣਗੇ, ਤਾਂ ਵੇਖਾਂਗੇ ਅਸਲ ਤਸਵੀਰ ਕੀ ਕਹਿੰਦੀ ਹੈ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।